ਗੁਰਦੁਆਰਿਆਂ ਦੇ ਉੱਤੇ ਤੇ ਵੀ ਕੌਮ ਦਾ ਕੀ ਹਾਲ ਹੈ ਤੁਸੀਂ ਸੋਚ ਲਓ। ਹੁਣ ਤੇ ਦੇਖ ਲਏ ਇਸ ਤੋਂ ਬਾਅਦ ਨਾਨਕਮਤ ਤੇ ਕਬਜ਼ਾ ਕੀਤਾ, ਉੱਥੇ ਉੱਥੇ ਮੋਰਚਾ ਲੱਗਾ ਹੈ, ਲੋਕੀ ਬਾਹਰ ਬੈਠੇ ਆ, ਉਹਨਾਂ ਧਰਨਾ ਮਾਰਿਆ ਵਾ। ਇੱਕੋ ਗੱਲ ਕਹੀ ਜਾਂਦੇ ਆ ਵੀ ਦਿੱਲੀ ਦਾ ਕਬਜ਼ਾ ਹੋਇਆ, ਹੁਣ ਨਾਨਕਮਤ ਤੇ ਹੋਇਆ ਤੇ ਨਾ ਹੁਣ ਸ਼੍ਰੋਮਣੀ ਕਮੇਟੀ ਵਾਲੇ ਪਾਸੇ ਤੁਰ ਪੈਣਾ। ਇਸ ਕਰਕੇ ਬੜੀ ਵੱਡੀਆਂ ਸਾਜ਼ਿਸ਼ਾਂ ਹੋ ਰਹੀਆਂ, ਜਿਹਦਾ ਸ਼ਿਕਾਰ ਇਹ ਸਾਡੇ ਬੰਦੇ ਹੋਏ ਆ। ਕਦੀ ਏਦਾਂ ਨਹੀਂ ਹੋਇਆ ਅੱਜ ਤੱਕ ਕਿ ਕੋਈ ਬੰਦੇ ਨੇ ਗਦਾਰੀ ਕੀਤੀ ਆ ਤੇ ਉਹ ਸਾਰਾ ਟੱਬਰੀ ਨਾਲ ਲੈ ਕੇ ਚੱਲੇ। ਜਿਹੜੇ ਸਿੰਬਲ ਤੇ ਰੱਖਿਆ ਤੁਸੀਂ ਇੰਨਾ ਵਿਸ਼ਵਾਸ ਕੀਤਾ ਪਾਰਟੀ ਨੇ, ਤਾਂ ਦਿਲ ਤੋਂ ਵਿਸ਼ਵਾਸ ਇਹਨਾਂ ਨੂੰ ਦਿੱਤਾ ਔਰ ਬੰਦੇ ਇਹਨਾਂ ਦੀ ਮਰਜ਼ੀਆਂ ਖੜੇ ਕਰ ਦਿੱਤੇ। ਔਰ ਜਿੰਨੇ ਬੰਦੇ ਜਿੱਤੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਤੇ ਜਿੱਤੇ, ਤੇ ਇਹ ਐਡੇ ਅਕਿਰਤ ਘਣ ਨਿਕਲੇ ਕਿ ਸਾਰਿਆਂ ਨੂੰ ਨਾਲ ਲੈ ਕੇ ਤੇ ਜਾ ਕੇ ਸਰਕਾਰ ਨੂੰ ਕਹਿਤਾ ਜੀ ਮੇਰੇ ਨਾਲ ਅਕਾਲੀ ਦਲ ਆ, ਜੇ ਮੈਂ ਨਹੀਂ ਤੇ ਇੱਥੇ ਕੱਖ ਨਹੀਂ। ਫਿਰ ਉਸ ਤੋਂ ਬਾਅਦ ਮੈਨੂੰ ਉਦੋਂ ਸ਼ੱਕ ਪਿਆ ਜਦੋਂ ਇਹ ਦਫ਼ਤਰ ਦੇ ਉੱਤੇ ਇਹਦਾ ਕਬਜ਼ਾ ਕੀਤਾ। ਮੈਂ ਕਿਹਾ ਤੇ ਹੋਰ ਪਾਸੇ ਤੁਰੇ ਜਾਂਦੇ ਆ। ਪਹਿਲਾਂ ਮੈਂ ਸੋਚਿਆ ਸੀ ਵੀ ਚਲੋ ਗਿਆ ਤੇ ਗਿਆ ਦਫਾ ਹੋਏ, ਪਰ ਜਦੋਂ ਇਹ ਗੱਲ ਸਾਹਮਣੇ ਆਈ ਵੀ ਇਹ ਤੇ ਜੜੋਂ ਮੁਕਾਉਣਾ ਚਾਹੁੰਦੇ ਆ ਅਕਾਲੀ ਦਲ, ਰਹਿਣ ਹੀ ਨਹੀਂ ਦੇਣਾ ਇੱਥੇ। ਫਿਰ ਮੈਂ ਪੁੱਛਿਆ ਵੀ ਇਹ ਕੀ ਹੋ ਰਿਹਾ, ਕਹਿੰਦੇ ਅਕਾਲੀ ਦਲ ਨਹੀਂ ਰਹਿਣ ਦਾ। ਪਰ ਮੈਂ ਕਿਹਾ ਅਕਾਲੀ ਦਲ ਤਾਂ ਰਹਿਣਾ ਹੈ, ਇਹ ਨਹੀਂ ਮੁੱਕਣਾ, ਚਾਹੇ ਦੁਨੀਆ ਮੁੱਕ ਜਾਏ, ਪਰ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਨਹੀਂ ਰੁਕ ਸਕਦੀ। ਇਹ ਜਥੇਬੰਦੀ ਨਹੀਂ ਮੁੱਕ ਸਕਦੀ, ਕਿਉਂਕਿ ਇਸ ਜਥੇਬੰਦੀ ਜਿਹੜੀ ਹੈ ਘਰ ਬਹਿ ਕੇ ਨਹੀਂ ਬਣੀ ਕਿਸੇ ਦੇ। ਇਹ ਘਰ 'ਚ ਬਹਿ ਕੇ ਨਹੀਂ ਬਣਾਈ ਆ ਵੀ ਆਪਾਂ ਤੂੰ ਪ੍ਰਧਾਨ ਤੇ ਮੈਂ ਸਕੱਤਰ। ਇਹ ਨਾ ਕਿਸੇ ਸਰਕਾਰ ਨੇ ਬਣਾਈਆਂ, ਇਹ ਬਣਾਈਆਂ ਉਹਨਾਂ ਸ਼ਹੀਦਾਂ ਦੀਆਂ ਲਾਸ਼ਾਂ ਦੇ ਉੱਤੇ ਬਣੀ ਏ, ਭਾਈ ਲਛਮਣ ਸਿੰਘ ਤੇ ਦਲੀਪ ਸਿੰਘ ਤੇ। ਜੇ ਤੁਸੀਂ ਅੱਜ ਇੱਥੇ ਬੈਠੇ ਹੋ, ਤੁਸੀਂ ਅੱਜ ਇੱਥੇ ਆਏ ਹੋ, ਪਹਿਲਾਂ ਪਾਣੀ ਬੰਦ ਕੀਤਾ ਹੈ, ਹੁਣ ਲਾਈਟ ਵੀ ਬੰਦ ਕਰ, ਕੋਈ ਗੱਲ ਨਹੀਂ। ਜੇ ਇਹਨਾਂ ਨੇ ਬੰਦ ਕੀਤਾ ਔਰ ਇਹਨਾਂ ਨੇ ਅੱਜ ਹਰਕਤ ਕੀਤੀ, ਪਾਣੀ ਵੀ ਬੰਦ ਕੀਤਾ, ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਸਾਰਿਆਂ ਨੂੰ, ਇਹ ਜਿਹੜੀ ਪਾਰਟੀ ਆ ਅੱਜ ਸਾਰੀਆਂ ਸਾਡੀਆਂ ਪਾਰਟੀਆਂ, ਸਰਦਾਰ ਮਨਜੀਤ ਸਿੰਘ ਜੀਕੇ, ਸਰਦਾਰ ਪਰਮਜੀਤ ਸਿੰਘ ਸਰਨਾ, ਸਾਰੇ ਇਕੱਠੇ ਹੋ ਕੇ ਅਸੀਂ ਇਸ ਗੱਲ ਲਈ ਤੁਰੇ ਫੈਸਲਾ ਕਰਕੇ ਕਿ ਚਾਹੇ ਕੁਛ ਹੋ ਜਾਏ, ਚਾਹੇ ਮਰਨਾ ਪੈ ਜਾਏ। ਜਿਹੜੀਆਂ ਲੋਕਲ ਸਾਡੀਆਂ ਪਾਰਟੀਆਂ ਸੀ ਉਹ ਵਕਤੀ ਤੌਰ ਤੇ ਬਣਾਈਆਂ ਸੀ, ਪਰ ਉਹ ਸਾਡੀ ਨਿੱਜੀ ਝਗੜੇ ਕਰਦੇ ਰਹੇ। ਪਰ ਜਦੋਂ ਕੌਮ ਦੀ ਗੱਲ ਆ ਗਈ ਵੀ ਕੌਮ ਮਰ ਜਾਣੀ ਆ, ਪੰਥ ਮਰ ਜਾਣਾ, ਮਾਸਟਰ ਤਾਰਾ ਸਿੰਘ ਨੇ ਕਿਹਾ ਸੀ ਵੀ ਜਿਹੜੀ ਮਰਜ਼ੀ ਪਾਰਟੀ ਜਾਓ, ਪਰ ਇਹ ਅਕਾਲੀ ਦਲ ਤੁਹਾਡੀ ਮਾਂ ਪਾਰਟੀ ਆ, ਇਹਨੂੰ ਨਾ ਛੱਡੋ। ਜੇ ਮਰ ਗਈ ਸਾਰੀ ਕੌਮ ਮਰ ਜਾਏਗੀ, ਸਿੱਖ ਮਰ ਜਾਣਗੇ, ਤੁਹਾਡਾ ਕੋਈ ਨਿਸ਼ਾਨਾ ਨਹੀਂ ਰਹਿ ਜਾਊਗਾ। ਤੇ ਸ਼੍ਰੋਮਣੀ ਕਮੇਟੀ, ਇਹ ਦੋ ਜਥੇਬੰਦੀਆਂ ਕੌਮ ਦੀਆਂ ਪੰਥ ਨੇ ਬਣਾਈਆਂ ਤੇ ਸ਼ਹੀਦੀਆਂ ਦੇ ਕੇ ਬਣਾਈਆਂ। 500 ਸ਼ਹਾਦਤਾਂ ਤੇ 5 ਸਾਲ ਮੋਰਚੇ ਲੱਗ ਕੇ ਇਹ ਸਾਰਾ ਪੰਥ ਸਾਡਾ ਤਿਆਰ ਹੋਇਆ। ਇਸ ਕਰਕੇ ਇੱਥੇ ਲੜਾਈ ਕਿਹਨੇ ਲੜੀ ਆ? ਕਿਸੇ ਨੇ ਲੜੀ ਤਾਂ ਹੈ ਨਹੀਂ ਹੋਰ ਆ ਕੇ। ਜੇ ਦਿੱਲੀ 'ਚ ਲੜਾਈ ਲੜੀ ਤੇ ਅਕਾਲੀ ਦਲ ਨੇ ਲੜੀ। 1971 ਦੇ ਵਿੱਚ ਐਕਟ ਉਦੋਂ ਬਣਿਆ ਜਦੋਂ ਗੁਰਦੇਵ ਕੌਰ ਨੇ ਕਬਜ਼ਾ ਕੀਤਾ ਇੱਥੇ। ਉਹਨੇ ਕਬਜ਼ਾ ਕੀਤਾ ਇੱਥੇ ਤੇ 15 ਦਿਨ ਕਬਜ਼ਾ ਰਿਹਾ ਤੇ ਦਿੱਲੀ ਦੇ ਸਿੱਖ ਜਿਹੜੇ ਸੀ ਇਹ ਮੱਥਾ ਟੇਕ ਕੇ, ਮੈਂ ਆਪ ਦੇਖੇ ਇੱਥੇ ਸੀਸਗੰਜ ਦੇ ਬਾਹਰ ਮੱਥਾ ਟੇਕ ਕੇ ਤੇ ਬਾਹਰ ਸੜਕ 'ਚ ਪੈਸੇ ਰੱਖ ਕੇ ਤੁਰ ਜਾਂਦੇ ਸੀ ਤੇ ਉਤੋਂ ਸ਼ਾਮ ਨੂੰ ਪੈਸੇ ਇਕੱਠੇ ਕਰਦੇ ਸੀ। ਲੇਕਿਨ ਇਸ ਮੁਸੀਬਤ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਅਕਾਲ ਤਖਤ ਤੋਂ ਮੋਰਚਾ ਲਾਇਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ, ਆ ਸਰਦਾਰ ਬਰਿੰਦਰ ਸਿੰਘ ਭੂੰਦੜ ਬੈਠੇ ਸਾਹਮਣੇ, ਤਸ਼ਵੀਰ ਗਵਾਹ ਹੀ ਨਹੀਂ, ਸਭ ਤੋਂ ਪਹਿਲੇ ਜਥੇ ਦੇ ਕੈਦੀ ਨੇ ਇਹ ਆਪ ਜਥਾ ਉੱਥੋਂ ਲੈ ਕੇ ਆਏ, ਆ ਕੇ ਤੇ ਗ੍ਰਿਫਤਾਰੀਆਂ ਦਿੱਤੀਆਂ। 16,000 ਸਿੱਖ ਅਕਾਲੀ ਕੈਦ ਹੋਏ ਇੱਥੇ ਤੇ 16,000 ਤੋਂ ਬਾਅਦ ਜਾ ਕੇ ਸਰਕਾਰ ਝੁਕੀ ਤੇ ਉਹਨਾਂ ਨੇ ਫੈਸਲਾ ਕੀਤਾ, ਉਹ ਐਕਟ ਲਾਗੂ ਕੀਤਾ ਜਿਹਦੇ ਅੰਦਰ ਇੱਥੇ ਚੋਣਾਂ ਹੁੰਦੀਆਂ। ਇਹ ਅਧਿਕਾਰ ਕਿਹਨੇ ਦਿੱਤਾ? ਸ਼੍ਰੋਮਣੀ ਅਕਾਲੀ ਦਲ ਨੇ। ਕਿਸੇ ਦੀ ਜ਼ਰੂਰਤ ਨਹੀਂ ਇਹਨੇ ਕਿ ਏਡੀ ਵੱਡੀ ਲੜਾਈ ਲੜ ਕੇ ਕੌਮਾਂ ਦੇ ਹੱਕਾਂ ਨੂੰ ਜਿਉਂਦਾ ਰੱਖਿਆ ਜਾਵੇ। ਇਸ ਕਰਕੇ ਮੇਰੀ ਬੇਨਤੀ ਆ ਕਿ ਜੇ ਕੱਲ ਨੂੰ ਵਿਪਤਾ ਪੈ ਗਈ ਕੌਮ ਦੇ ਉੱਤੇ, ਤੁਸੀਂ ਕੀ ਸਮਝ ਚੈਲੰਜ ਕਰਦਾ ਇਹਨਾਂ ਦੇ ਸਰਸਿਆਂ ਫਰਸਿਆਂ ਨੂੰ, ਇਹਨੂੰ ਕਹਿ ਮੋਰਚਾ ਲਾਊਗਾ, ਇਹ ਸਰਕਾਰ ਦੇ ਖਿਲਾਫ ਖੜਾ ਹੋਊਗਾ, ਇਹ ਸਿੱਖਾਂ ਦੇ ਖੜਾ ਹੋਏਗਾ? ਕਦੀ ਬੋਲ ਕੇ ਬਿਆਨ ਦੇ ਸਕਦਾ? ਹੁਣ ਬੋਲੇਗਾ ਕਿੰਨਾ ਬੋਲਦਾ? ਕਦੀ ਨਹੀਂ ਬੋਲ ਸਕਦੇ। ਜਦੋਂ ਬੋਲੂਗਾ ਮਰੂਗਾ ਕਿ ਜਾ ਕੇ ਸ਼੍ਰੋਮਣੀ ਅਕਾਲੀ ਦਲ ਬੋਲੇਗਾ, ਸ਼੍ਰੋਮਣੀ ਅਕਾਲੀ ਦਲ ਬਣੇਗਾ ਜਾ ਕੇ, ਇਹੀ ਬਚਾਏਗਾ। ਕਾਂਗਰਸ ਦਾ ਕੋਈ ਜਥੇਬੰਦੀ ਨਹੀਂ ਬਚਾ ਸਕਦੀ। ਤੁਹਾਨੂੰ ਪਤਾ ਨਹੀਂ ਮੋਰਚਾ ਲੱਗਾ ਸੀ ਜਦੋਂ ਆਪਣਾ ਜਿਹੜਾ ਉੱਥੋਂ ਲਗਾ ਸੀ ਆਪਣਾ ਜਿਹੜਾ ਆਪਣੇ ਸੰਤ ਜਰਨੈਲ ਤੋਂ ਲਾਇਆ ਸੀ ਪਹਿਲਾਂ,
84 वाला वो मोर्चा लाया तो मोर्चा उतों फिर होया उतों चक के अकाल तख्त ते श्रोमणी अकाली दल गया 7 लोगों ने अगवाई उत्ते की एडा वड्डा मोर्चा चलिया इन्नी उत्ते गिरफ्तारियां हुई जे अमृत सीधियां हुई तो सरदार प्रकाश सिंह बादल ने डट के उत्ते मुकाबला किया कांग्रेस का डट के विरोध किया बड़े बड़े लालच दिते इंदिरा गांधी ने सरदार प्रकाश सिंह बादल नूं असीं तुहानूं आ देंगे ये देंगे वो देंगे तुसीं सरकार पंजाब ते राज करो तुसीं दिल्ली दी सीटां सानूं दिओ लेकिन प्रकाश सिंह बादल ने एक नहीं मनी एक भी उन्हें कहा बिल्कुल नहीं असीं आज़ाद लड़ांगे आज़ाद खड़े होवांगे अपने कौमी हक्कां दे वास्ते असीं बने आ ते ये हक कदी मरन नहीं देंगे ये सरदार प्रकाश सिंह बादल का उस फैसला सी उसे फैसले के उत्ते अज तक चलते आए सी इस करके मेरी बेनती है मैं हुण लंबा ना करा कि आपां अज इत्थे इकट्ठे होए आ साडे लीडर सरदार सुखबीर सिंह जी बादल जिन्हां ने लड़ाई लड़ी है बेअंत अथाह लड़ाई लड़ी है कि वो आए ने अज साडी बेनती के उत्ते ते सरदार बलविंदर सिंह भुंदड़ मैंबर पार्लीमेंट वो भी आए ने जनरल सकत्तर पार्टी के मेरी ये बेनती कि आपां अज फैसला करना है ये लड़ाई मेरी गल समझ लो ये अज लड़ाई मुक्की नहीं है ये कब्जा जिहड़ा लिया इन्होंने समझा दिता है कि मरन मुरन तो असीं डरदे नहीं अज डरे ना कल डरना जो मर्जी जिथे मर्जी आ जाण बिल्कुल नहीं छड़ांगे किसी कीमत के दफ्तर नहीं खाली करांगे जे करना जाके कानूनी करो फिर सारे वास्ते करो जिदा जो हुंदा जो तरीके ने जे धक्के ना करनगे धक्के का जवाब फिर असीं धक्के नहीं देंगे प्यार ना बिल्कुल नहीं देंगे साडा फैसला है क्योंकि धक्के ना कमेटी से कब्जा तो धक्के ने दफ्तरों से कब्जे ये बिल्कुल नहीं होण दिता जाऊगा ये मैं तुहानूं दस दिया तकड़े हो जाओ ये लड़ाई आपां लड़नी आ अजे लड़ाई शुरू हुई आ इहने अगे चलना जे तुसीं लड़ाई ना लड़ी हुण ते मुड़ के दिल्ली गुरुद्वारा कमेटी आ साडे को 25 मैंबर इस वेले मौजूद ने साडे कोल आ 2 मैंबर 3 होर आ रहे हैं जिधर मैंबर आके चक्के बाहर मार रहे हैं ये कितना इन्होंने कोई भापे की कमेटी है कि जो मर्जी करी जाने इत्थे जो मर्जी बोली जाने इत्थे बिल्कुल नहीं होण देंगे इस करके मेरी तुहाडे सारिਆਂ ਦੇ चरणों में बेनती आ तुसीं बड़े हौसले नाल दिलदारी नाल इत्थे आए हो ते हुण अज ये फैसला मान लो ते फैसला आपां करना जे इत्थे कि ये लड़ाई जिन्नी मर्जी लंबी चले असीं लड़ांगे ते दिल्ली गुरुद्वारा कमेटी इन्हां कोल खो के असीं उन्हां दे हत्थां 'च देणीआं जिहड़े चुण के मैंबर आया ते चुणे मैंबरां नूं ये जिहड़े साडे कोल गद्दारी करके गए इन्हां ने गद्दारी कल्ली पार्टी नाल नहीं कीती इन्हां कौम नाल गद्दारी कीती क्योंकि लोकां ने वोटां जिहड़ियां पाईआं अकाली दल नूं पाईआं इन्हां नूं नहीं पाईआं जे अज मैं चैलेंज करना अज चोण करा के देख लो जनरल चोण तो जे 2 सीटां आ जाण तो मेरा नाम बदलना सी ये हो ही नहीं सकता कि सिर्फ श्रोमणी अकाली दल लोकी वोटां पाईआं इन्हां ने बड़ा मिसयूज करके अपने जाके सरकार के कोल गोदी च बह गया ये कौम नाल एडा बड़ा धक्का ना तो किया मुगलों ने ते ना किया ध्यान सिंह डोगरे ने ना किया उन्हें अपने रेणु ने इन्हां रिकॉर्ड ही तोड़ता सारियां चीज़ों का इस करके मैं तुहानूं भरावो कहना चाहुंदा कि कौमां दे हक्कां लई कई भंबड़ सड़ जांदे दुध पींदे बच्चे कई फनी अरबण लड़ जांदे ये कौम प्रस्तां दी जिंदगी ऐसी है कई कौमां दे हक्कां लई कुर्बान होना पैंदा मरना पैंदा जूझना पैंदा तां जाके कौमां दे हक मिलदे ये एवें नहीं मिलदे बहुत इस करके मैं बेनती करांगा सेंटी जी आओ तुसीं अपने 2 मिनट अपने विचार रखो तो फिर मैं पुंदर साहब नूं बेनती करांगा गुरु साहिब की हजूरी विच साजी नवाजी गुरु रूप साध संगत जी फतेह प्रवान करनी वाहिगुरु जी का खालसा वाहिगुरु जी की फतेह धन धन साहिब श्री गुरु ग्रंथ साहिब महाराज जी नूं हाजर नाजर जाणदियां मैं बहुतियां गल्लां नहीं करांगा ना जी बहुत पिछले इतिहास विच जावांगा लेकिन हाँ इतनी गल जरूर करांगा कि जदों भी पंथ दी कौम की चढ़ती कला की गल होएगी जदों भी पंथ के विद्यक अध्यारियों की चढ़ती कला की गल होएगी तो कोई भी ताकत भावें किसी भी तरह दियां होण
ਉਹ ਅਗਰ ਪੰਥ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਨਗੀਆਂ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਚਨਬੱਧ ਹੈ ਇਸ ਗੱਲ ਨਾਲ ਕਿ ਬਿਨਾਂ ਕਿਸੇ ਪਾਰਟੀ ਦੇ ਕਿਸੇ ਮਤਭੇਦ ਦੇ ਉਹ ਸਭ ਤੋਂ ਪਹਿਲੇ ਮੋਢੇ ਤੇ ਮੋਢਾ ਲਾ ਕੇ ਹਰ ਤਰ੍ਹਾਂ ਦੇ ਮੋਰਚੇ ਦੇ ਵਿੱਚ ਆਪਣਾ ਹਿੱਸਾ ਬਣਾਏਗਾ। ਦੂਜੀ ਗੱਲ ਜਿਹੜੀ ਹਿੱਤ ਸਾਹਿਬ ਨੇ ਹੁਣੇ ਕਹੀ ਕਿ ਕਬਜ਼ੇ ਵਾਲੀ, ਤੇ ਹਿੱਤ ਸਾਹਿਬ ਮੈਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ। ਮੈਂ ਤਾਂ ਇਸ ਗੱਲ ਦਾ ਜਵਾਬ ਚਾਹਨਾ ਕਿ ਇਹ ਤਾਂ ਦਫ਼ਤਰ ਹੈ ਹੀ ਤੁਹਾਡਾ ਸੀ। ਕਬਜ਼ਾ ਤੇ ਉਹਨਾਂ ਬੇਈਮਾਨਾਂ ਨੇ ਕੀਤਾ ਜਿਹੜੇ ਤੁਹਾਡੀ ਹੀ ਹੋਂਦ ਵਿੱਚੋਂ ਨਿਕਲੇ, ਜਿਨ੍ਹਾਂ ਨੇ ਤੁਹਾਡੇ ਹੀ ਪਾਣੀ ਦੇ ਕੇ ਬਲ ਬੂਟਿਆਂ ਨਾਲ ਅੱਜ ਇਤਨੇ ਵੱਡੇ ਵ੍ਰਿਕਸ਼ ਬਣ ਗਏ। ਉਹਨਾਂ ਨੇ ਕਬਜ਼ਾ ਕੀਤਾ। ਉਹਨਾਂ ਦਾ ਕਿਰਦਾਰ, ਉਹਨਾਂ ਦਾ ਕਰੈਕਟਰ, ਉਹਨਾਂ ਦਾ ਜੀਵਨ ਦਾ ਜੋ ਚਰਿੱਤਰ ਹੈ, ਮੈਂ ਗੁਰੂ ਮਹਾਰਾਜ ਨੂੰ ਹਾਜ਼ਰ ਨਾਲ ਜਾਣਦਿਆਂ ਇਸ ਦੇ ਵਿੱਚ ਬਿਲਕੁਲ ਨਹੀਂ ਜਾਣਾ ਚਾਹੁੰਦਾ। ਲੇਕਿਨ ਅਸਲ ਗੱਲ ਤੇ ਇਹ ਹੈ ਕਿ ਜੇ ਤੁਸੀਂ ਅੱਜ ਸਾਨੂੰ ਆਵਾਜ਼ ਮਾਰੀ ਪੰਥ ਲਈ, ਕੌਮ ਦੀ ਚੜ੍ਹਦੀ ਕਲਾ ਲਈ, ਤੇ ਅਸੀਂ ਮੋਢੇ ਦੇ ਨਾਲ ਮੋਢਾ ਲਾ ਕੇ ਉਸ ਜਗ੍ਹਾ ਦੇ ਉੱਤੇ ਖੜੇ ਹਾਂ ਜਿੱਥੇ ਜਿਸ ਤਰ੍ਹਾਂ ਦੀ ਸ਼ਹਾਦਤ ਦੀ ਲੋੜ ਪਏਗੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਭ ਤੋਂ ਵੱਧ ਅੱਗੇ ਨੰਬਰ ਤੇ ਖੜਾ ਮਿਲੇਗਾ ਤੁਹਾਨੂੰ। ਬਾਕੀ ਜਿੱਥੇ ਤੱਕ ਅੱਜ ਜੋ ਵੀ ਹਾਲਾਤ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਹੋਣ ਜਾਂ ਨਵੀਂ ਜਮੀਆਂ ਪਾਰਟੀਆਂ ਦੇ ਹੋਣ ਤੇ ਮੈਂ ਸਮਝਦਾ ਕਿ ਅਕਾਲੀ ਦਲ ਨੂੰ ਜੇ 100 ਸਾਲ ਲੱਗ ਗਏ ਨੇ ਆਪਣਾ ਇਤਿਹਾਸ ਬਣਾਉਂਦਿਆਂ, ਆਪਣਾ ਵੋਟ ਬੈਂਕ ਬਣਾਉਂਦਿਆਂ ਜਾਂ ਬਾਕੀ ਸਭ ਕੁਝ ਕਰਦਿਆਂ, ਉसी तरह श्रोमणी अकाली दल दिल्ली ने भी पूरी घालना घाली है 25 सालों तो, ਤਾਂ ਜਾ ਕੇ ਕਿਤੇ ਕੋਈ ਸੰਗਤ ਦਾ ਪਿਆਰ ਮਿਲਦਾ ਹੈ, ਸਤਿਕਾਰ ਮਿਲਦਾ ਹੈ ਤੇ 10 ਬੰਦੇ ਕੋ ਪਿੱਛੇ ਖੜੇ ਹੋਣ ਵਾਲੇ ਮਿਲਦੇ ਹਨ। ਵਰਨਾ ਜਿਹੜਾ ਕੱਲ ਜਮਨ ਜਿਸ ਹੋਂਦ ਵਿੱਚੋਂ ਨਿਕਲੇ ਹਨ ਉਹ ਚਾਹੁੰਦੇ ਹਨ ਕਿ ਅੱਜ ਉਸੇ ਪਾਰਟੀ ਦੇ ਵੀ ਕਬਜ਼ਾ ਕਰ ਲਈਏ, ਉਹਨਾਂ ਦੇ ਦਫ਼ਤਰਾਂ ਦਾ ਵੀ ਕਬਜ਼ਾ ਕਰ ਲਈਏ, ਅੱਜ ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ ਤੋਂ ਸੇਵਾ ਤੋਂ ਬਾਹਰ ਹੋ ਜਾਣ। ਇਹ ਪੂਰੀ ਦਿੱਲੀ ਦੇ ਵਿੱਚ 1-1000 ਪੋਸਟਰ ਵੀ ਆਪਣੇ ਇਲਾਕੇ ਦੇ ਮੈਂਬਰਾਂ ਦੇ ਨਹੀਂ ਲਵਾਉਣ ਦਾ ਦਮ ਰੱਖਦੇ ਆਪਣੀ ਜੇਬ ਚੋਂ ਪੈਸੇ ਖਰਚ ਕਰਕੇ। ਜਿਨ੍ਹਾਂ ਨੇ ਸਿਆਸਤ ਦੀ ਗੁਰਦੁਆਰਾ ਕਮੇਟੀ ਦੇ ਸਿਰ ਦੇ ਉੱਤੇ ਕੀਤੀ ਹੋਵੇ, ਜਿਨ੍ਹਾਂ ਨੇ ਸਿਆਸਤ ਦੀ ਸਾਰੀ ਇੱਥੋਂ ਦੀ ਚਮਕਾਈ ਹੋਵੇ, ਭਾਵੇਂ ਉਹ ਸੋਸ਼ਲ ਮੀਡੀਆ ਹੋਵੇ, ਭਾਵੇਂ ਨਾਲ ਟੁਰਦੇ ਸੇਵਾਦਾਰਾਂ ਨੂੰ ਬਾਡੀਗਾਰਡ ਬਣਾ ਕੇ ਲੈ ਗਏ ਹੋਣ, ਗੁਰਦੁਆਰਾ ਕਮੇਟੀ ਦਾ ਅਕਸ ਵਿਗਾੜ ਕੇ ਰੱਖ ਦਿੱਤਾ ਹੋਵੇ, ਉਹਨਾਂ ਬੰਦਿਆਂ ਨੇ ਕਿਹੜੀ ਗੱਲ ਕਰਨੀ ਤੇ ਕਿਹੜੇ ਪਾਸੇ ਉਹਨਾਂ ਦਾ ਨਾਂ ਲੈਣਾ ਉਸ ਜੋਗੇ ਹੀ ਨਹੀਂ ਹੈ। ਜਿਸ ਦਿਨ ਇਸ ਗੁਰਦੁਆਰਾ ਕਮੇਟੀ ਦੀ ਸੇਵਾ ਤੋਂ ਲਾਂਭੇ ਹੋ ਗਏ ਉਸ ਨੂੰ ਤੁਸੀਂ ਦੇਖ ਲੈਣਾ ਇੱਕ ਦਾ ਵਜੂਦ ਵੀ ਜੇ ਤੁਹਾਨੂੰ ਲੱਭਣਾ ਪੈ ਗਿਆ ਤੇ ਫਿਰ ਮੈਨੂੰ ਤੁਸੀਂ ਕਹਿ ਦੇਣਾ ਇਹ ਕਿਸੇ ਜੋਗੇ ਨਹੀਂ ਨੇ। ਇਹ ਤਾਂ ਹੁਣ ਮੈਂ ਕੀ ਕਹਾਂ, ਮੈਂ ਕੁਝ ਕਹਿਣਾ ਨਹੀਂ ਚਾਹੁੰਦਾ। ਆਪਣੀ ਹੀ ਗਲਤੀਆਂ ਦੇ ਫਲ ਨੇ ਕਿ ਅਸੀਂ ਕਿਹੜੇ ਸੋਨੇ ਨੂੰ ਪਿੱਤਲ ਸਮਝ ਲਿਆ ਤੇ ਪਿੱਤਲ ਨੂੰ ਸੋਨਾ ਸਮਝ ਕੇ ਅਸੀਂ ਕਿੱਥੇ ਪਾ ਦਿੱਤਾ। ਸਾਡੀ ਬਿੱਲੀ ਸਾਨੂੰ ਹੀ ਮਿਆਉ, ਸਾਡੇ ਹੀ ਪਾਲੇ ਪੋਸੇ, ਸਾਡੀ ਆਵਾਜ਼ ਖਾਣ ਨੂੰ ਆ ਗਏ ਤਾਂ ਤੁਸੀਂ ਫੈਸਲਾ ਕਰਨਾ ਹੈ ਕਿ ਆਉਂਦੇ ਟਾਈਮ ਦੇ ਵਿੱਚ ਅਸੀਂ ਕਿਸ ਤਰ੍ਹਾਂ ਦੇ ਗੁਰੂ ਘਰ ਦੇ ਵਿੱਚ, ਗੁਰੂ ਘਰ ਦੀ ਸੇਵਾ ਦੇ ਵਿੱਚ ਕਿਸ ਤਰ੍ਹਾਂ ਦੀ ਚੋਣ ਕਰਨੀ ਹੈ, ਕਿਸ ਤਰ੍ਹਾਂ ਦੇ ਇਨਸਾਨਾਂ ਨੂੰ ਅੱਗੇ ਕਰਨਾ ਹੈ, ਕਿਸ ਤਰ੍ਹਾਂ ਦੀ ਗੁਰੂ ਘਰ ਦੀ ਚੜ੍ਹਦੀ ਕਲਾ ਨੂੰ ਵਧਾਉਣੇ ਸੀ, ਕਿਹੜੇ ਫੈਸਲੇ ਕਰਨੇ ਨੇ। पर मैं एक बार फिर अपनी गल में विराम देंदा सिर्फ इन्नी गल जरूर कहांगा कि जिथे भी पंथ दी, कौम दी चढ़दी कला दी गल होएगी, श्रोमणी अकाली दल दिल्ली सरदार परमजीत सिंह दी सरना उनका इतिहास रहा है, वो मोढे दे नाल मोढा ला के सब तो अगे खड़े मिलणगे, भावें गल कुछ भी होवे, मोर्चा किसी भी तरह दा लड़ा होवे। वाहिगुरू जी का खालसा, वाहिगुरू जी की फतेह। मैं हुण बेनती करांगा सरदार बलविंदर सिंह भुंदर जी, मैंबर ऑफ पार्लियामेंट, जनरल सकत्तर श्रोमणी अकाली दल, ਉਹ ਹੁਣ ਸੰਗਤਾਂ ਦੇ ਰੂਬਰੂ ਹੋਣਗੇ। ਸਹਿਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਾਜ਼ਰੀ ਦੇ ਵਿੱਚ ਸਾਰੀ ਬਹੁਤ ਹੀ ਸਤਿਕਾਰਯੋਗ ਸੰਗਤ 'ਚ ਵਿਰਾਜਮਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ, ਸਾਰੇ ਮੈਂਬਰ DGPC ਪਾਰਟੀ ਰੀੜ੍ਹ ਦੀ ਹੱਡੀ, ਸਾਰੇ ਵਰਕਰ ਸਾਹਿਬਾਨ, ਸਾਰਿਆਂ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਇਹ ਦਿਨ ਸ਼ਹੀਦਾਂ ਦੇ ਨਾਂ ਤੇ ਪਾਰਟੀ ਵੱਲੋਂ ਮਨਾਇਆ ਜਾ ਰਿਹਾ ਹੈ, ਮੈਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਇਸ ਦਿਨ ਦੀ ਵਧਾਈ ਦਿੰਦਾ, ਕਿਉਂਕਿ ਜੋ ਅਕਾਲੀ ਦਲ ਦਾ ਇਤਿਹਾਸ ਹੈ ਉਸ ਇਤਿਹਾਸ ਬਾਰੇ ਨਵੀਂ ਪੀੜ੍ਹੀ ਨੂੰ ਬਿਲਕੁਲ ਕੋਈ ਪਤਾ ਨਹੀਂ। ਮੈਂ ਤਾਂ ਇੱਥੋਂ ਕਹਿਣਾ ਕਿ ਸਰਕਾਰਾਂ ਕੋਲ ਸਾਰੀਆਂ ਏਜੰਸੀਆਂ ਹੁੰਦੀਆਂ ਨੇ ਤੇ ਪਤਾ ਨਹੀਂ ਕਿਉਂ ਬਾਰ-ਬਾਰ ਸਰਕਾਰਾਂ ਵੀ ਗਲਤੀ ਖਾਂਦੀਆਂ ਨੇ। ਮੈਂ ਤਾਂ ਕਹਿੰਦਾ ਹਿੰਦੁਸਤਾਨ ਸਰਕਾਰ ਕੋਲ ਵੀ ਸ਼ਾਇਦ ਇਤਿਹਾਸ ਸਾਡਾ ਨਹੀਂ ਹੈਗਾ। ਅਗਰ ਇਹ ਇਤਿਹਾਸ ਹਿੰਦੁਸਤਾਨ ਸਰਕਾਰ ਕੋਲ ਹੁੰਦਾ
ਆ ਘਟਨਾਵਾਂ ਨਾ ਵਾਪਰਦੀਆਂ। ਮੈਂ ਬਜਾਏ ਆਪਣੀ ਗੱਲ ਕਰਨ ਦੇ ਪਹਿਲਾਂ ਮੈਂ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਦਾ ਕਿ ਇਸ ਦੇਸ਼ ਪਿੱਛੇ ਇਸ ਕੌਮ ਨੇ ਇੱਕ ਵਾਰੀ ਨਹੀਂ, ਮੂਲਾਂ ਵੇਲੇ ਤੋਂ ਲੈ ਕੇ ਅੱਜ ਤੱਕ ਆਪਣੇ ਸਿਰ ਦਿੱਤੇ ਨੇ। ਅੱਜ ਜਿਸ ਦਿਹਾੜੇ ਨੂੰ ਤੁਸੀਂ ਮਨਾ ਰਹੇ ਹੋ ਹਿੰਦੁਸਤਾਨ ਸਰਕਾਰ, ਇਹ ਦਿਹਾੜਾ ਕਿਹਦਾ? ਗੁਰੂ ਤੇਗ ਬਹਾਦਰ ਜੀ ਦਾ। ਗੁਰੂ ਤੇਗ ਬਹਾਦਰ ਜੀ ਨੇ ਕਿਸ ਵਾਸਤੇ ਸੀਸ ਦਿੱਤਾ ਸੀ? ਸਾਰਾ ਹਿੰਦੁਸਤਾਨ ਨੀਵੀਆਂ ਪਾ ਗਿਆ ਸੀ ਮੁਗਲਾਂ ਦੇ ਜ਼ੁਲਮ ਅੱਗੇ, ਰੰਗਜਰਮ ਅੱਗੇ, ਤੇ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਦਿੱਤਾ ਸੀ। ਤੇ ਪਿਤਾ ਗੁਰੂ ਹਰਗੋਬਿੰਦ ਸਿੰਘ ਜੀ ਨੇ 10ਵੇਂ ਪਾਤਸ਼ਾਹ ਨੇ 7 ਸਾਲ ਦੇ ਵਿੱਚ ਕਹਿ ਦਿੱਤਾ ਸੀ ਕਿ ਥੋਥੋਂ ਬਗੈਰ ਹੋਰ ਕੋਈ ਸੀਸ ਦੇਣ ਵਾਲਾ ਹੈ ਹੀ ਨਹੀਂ। ਜਿਸ ਕੌਮ ਦੇ ਗੁਰੂਆਂ ਨੇ ਕੁਰਬਾਨੀ ਕੀਤੀ, ਹੁਣ ਜੋ ਪਰਮਾਤਮਾ ਦਾ ਨਾਮ ਲੈਣ ਵਾਲੇ ਸੀ, ਜਿਸ ਕੌਮ ਦੇ ਬਹਾਦਰਾਂ ਨੇ ਸਮੇਂ-ਸਮੇਂ ਤੇ ਜੋ ਕਿਹਾ ਤੇ ਹਿਸਾਬ ਨੇ 50 ਸਾਹਿਬ ਦੇ ਸਾਕੇ, ਸ਼ਾਇਦ ਮੇਰਾ ਖਿਆਲ ਹੈ ਹਿਸਟਰੀਆਂ ਕਿਸੇ ਨੇ ਪੜ੍ਹੀਆਂ ਨਹੀਂ। ਨਨਕਾਣਾ ਸਾਹਿਬ ਦੇ ਸਾਕੇ ਕਿਸੇ ਨੇ ਹਿਸਟਰੀਆਂ ਪੜ੍ਹੀਆਂ ਨਹੀਂ। ਨਨਕਾਣਾ ਸਾਹਿਬ ਦੇ ਸਾਕੇ ਵੇਲੇ ਵੀ ਰੋਕ ਦਿੱਤਾ ਗਿਆ ਸੀ ਸਿੰਘਾਂ ਨੂੰ ਕਿ ਅੱਗੇ ਗੰਡਾਸੇ ਬੰਦੂਕਾਂ ਲਈ ਬੈਠੇ ਨੇ, ਨਰੈਣੂ ਦੇ ਮਹੰਤ ਦੇ ਗੁੰਡੇ ਸ਼ਰਾਬਾਂ ਵੀ ਬੈਠੇ ਨੇ, ਸਰਕਾਰ ਨਾਲ ਹੈ। ਲੇਕਿਨ ਭਾਈ ਲਛਮਣ ਸਿੰਘ ਨੇ ਕਿਹਾ ਕਿ ਅਸੀਂ ਸਹੁੰ ਖਾ ਲਈ ਹੈ, ਇਸ ਕਰਕੇ ਅਸੀਂ ਸਹੁੰ ਖਾ ਕੇ ਪੈਦਲ ਤੁਰੇ ਹੋਏ ਸਨ, ਗੱਡੀਆਂ ਤੇ ਵੀ ਨਹੀਂ ਸਨ, ਪੈਦਲ ਤੁਰੇ ਹੋਏ ਬੰਦੇ ਰੁਕ ਸਕਦੇ ਸਨ। ਲੇਕਿਨ ਕਹਿੰਦੇ ਸਹੁੰ ਨਹੀਂ ਤੋੜਨੀ, ਜਾ ਕੇ ਸ਼ਹੀਦੀਆਂ ਦਿੱਤੀਆਂ। 150 ਗਿਆ ਸੀ, 150 ਸ਼ਹੀਦ ਹੋ ਗਏ। ਤੇ ਜੋ ਪੰਜਾ ਸਾਹਿਬ ਦਾ ਸਾਕਾ ਹੈ, ਉਹ ਵੀ ਕਹਿੰਦੇ ਗੱਡੀ ਰੁਕ ਨਹੀਂ ਸਕਦੀ। ਇੰਨੀ ਬੇਨਤੀ ਸੀ ਸਟੇਸ਼ਨ ਮਾਸਟਰ ਨੂੰ ਕਿ ਗੱਡੀ ਰੋਕ ਲਓ, ਅਸੀਂ ਲੰਗਰ ਛਕਾਉਣਾ ਹੈ। 5 ਘੰਟਿਆਂ ਤੋਂ ਬੰਦ ਆ ਰਹੇ ਸਿੰਘੇ ਭੁੱਖੇ ਤੇ ਆਏ, ਕਹਿੰਦੇ ਨਹੀਂ ਅੰਗਰੇਜ਼ ਦਾ ਹੁਕਮ, ਗੱਡੀ ਰੁਕਦੀ ਨਹੀਂ। ਲਾਈਨ ਸਿੰਘ ਪੈ ਗਏ, 7 ਸਿੰਘ ਸ਼ਹੀਦ ਹੋਏ ਤੇ ਗੱਡੀ ਰੁਕੀ। ਔਰ ਸਟੇਸ਼ਨ ਮਾਸਟਰ ਖੁਦ ਨਾਲ ਲੱਗਿਆ ਲੰਗਰ ਛਕਾਉਣ ਤੇ ਕਿ ਹੈ ਇਹ ਪਹਿਲੀ ਵੱਡੀ ਗਲਤੀ ਅਸੀਂ ਕਰ ਲਈ ਇਸ ਕੌਮ ਦੇ ਬਾਗ ਦੇ ਮੋਰਚੇ, ਚਾਬੀਆਂ ਦੇ ਮੋਰਚੇ, ਜਿਸਨੇ ਚਾਬੀਆਂ ਲਾਈਆਂ ਸੀ ਅੰਗਰੇਜ਼ ਕਮਿਸ਼ਨਰ ਨੇ, ਨੰਗੇ ਪੈਰੀ ਬੂਟਾ ਸਣੇ ਲਾਈਆਂ ਸੀ, ਨੰਗੇ ਪੈਰੀ ਜਾ ਕੇ ਬਾਬਾ ਖੜਕ ਸਿੰਘ ਨੇ ਤਰਪਾਲ ਸ੍ਰੀ ਸਾਹਿਬ ਕੀਤੇ ਕਿ ਪੇਸ਼ ਹੱਥ ਨਹੀਂ ਕੀਤਾ, ਉਹਦੀ ਨੋਕ ਤੇ ਰਖਵਾਈ ਸੀ ਤੇ ਉਹ ਨੰਗੇ ਉਸੇ ਦਾ ਤਾਂ ਜਵਾਨੇ ਬਦਲ ਗਿਆ। ਪਰ ਨਾਲ ਦੀ ਨਾਲ ਉਧਮ ਸਿੰਘ ਸਰਾਮ ਵਰਗੇ ਵੀ ਪੈਦਾ, ਸਰਦਾਰ ਭਗਤ ਸਿੰਘ ਵਰਗੇ ਵੀ ਪੈਦਾ ਹੋਏ। ਮੈਂ ਹਿੰਦੁਸਤਾਨ ਦੀ ਸਰਕਾਰ ਨੂੰ ਕਹਿਣਾ ਚਾਹਾਂਗਾ ਕਿ ਤੁਹਾਡੀ ਸ਼ਹਿਰ ਤੇ ਜੋ ਕੁਛ ਹੋ ਰਿਹਾ ਹੈ, ਧਰਮ ਦੇ ਵਿੱਚ ਦਖਲ ਦੇ ਰਿਹਾ, ਕਿਤੇ ਇੱਥੇ ਹੋ ਰਿਹਾ, ਕਿਤੇ ਹੋਰ ਜਗ੍ਹਾ ਹੋ ਰਿਹਾ, ਥਾਂ ਹੋ ਰਿਹਾ, ਇਸ ਤੋਂ ਬਚੋ। ਇਹ ਬਹੁਤ ਵੱਡਾ ਦੇਸ਼ ਦਾ ਤੁਸੀਂ ਨੁਕਸਾਨ ਕਰਨ ਵੱਲ ਜਾ ਰਹੇ ਹੋ। ਤੁਸੀਂ ਧਰਮਾਂ ਤੋਂ ਲੈਣਾ ਕੀ ਹੈ? ਉਹ ਧਰਮ ਜਿਸ ਧਰਮ ਦੇਸ਼ ਦੀ ਰਾਖੀ ਕਰਦਾ। ਜੋ ਅੱਜ ਲੋਕ ਦਿੱਲੀ 'ਚ ਅਸੀਂ ਸਾਰੇ ਬੈਠੇ ਆ, ਇਹ ਕੌਣ ਹੈ? ਇਹ ਰਹਿ ਸਕਦੇ ਸੀ ਪਾਕਿਸਤਾਨ ਜਾਇਦਾਦਾਂ ਲੈ ਕੇ, ਅਗਰ ਇਹਨਾਂ ਨੂੰ ਧਰਮ ਪਿਆਰਾ ਨਾ ਹੁੰਦਾ, ਦੇਸ਼ ਪਿਆਰਾ ਨਾ ਹੁੰਦਾ। ਪਾਕਿਸਤਾਨ ਜੋ ਅਲੱਗ ਹੋਇਆ, ਸਾਡੇ ਸਿਰ ਤੇ ਅਲੱਗ ਹੋਇਆ। ਬਾਕੀ ਦੇਸ਼ ਕੋ ਖੂਨ ਖਰਾਬਾ ਹੋਇਆ, ਉਜੜਿਆ ਤਾਂ ਪੰਜਾਬੀ ਲੋਕ ਉਜੜੇ ਨੇ, ਸਿੱਖ ਉਜੜੇ ਨੇ, ਸਾਡਾ ਨੁਕਸਾਨ ਹੋਇਆ। ਸਾਡੇ ਪੰਜਾ ਸਾਹਿਬ, ਸਾਡੇ ਨਨਕਾਣਾ ਸਾਹਿਬ ਉਧਰ ਰਹੇ ਨੇ, ਬਾਕੀ ਦੇਸ਼ ਤਾਂ ਉੱਥੇ ਦੇ ਉੱਥੇ ਖੜਾ ਹੈ। ਹਰ ਵੇਲੇ ਕੁਰਬਾਨੀ ਸਾਨੂੰ ਦੇਣੀ ਪੈਂਦੀ ਹੈ। ਇਸ ਕਰਕੇ ਮੈਂ ਕਹਿਣਾ ਚਾਹਾਂਗਾ ਦੇਸ਼ ਦੇ ਭਲੇ 'ਚ ਇਹ ਧਰਮ ਵਿੱਚ ਦਖਲ ਨਾ ਦਿਓ। ਬਾਕੀ ਇਹ ਜਿਹੜੇ ਲੋਕ ਜਿਨ੍ਹਾਂ ਨੇ ਅਕਾਲੀ ਦਲ ਦੇ ਨਾਂ ਤੇ ਸਭ ਕੁਝ ਕੀਤਾ ਹੈ, ਇਹਨਾਂ ਨੂੰ ਮੈਂ ਕਹਿਣਾ ਚਾਹਾਂ ਕਿ ਰੱਬ ਤੋਂ ਡਰੋ। ਤੁਸੀਂ ਐਡਾ ਵੱਡਾ ਗੁਨਾਹ ਨਾ ਕਰੋ। ਇਹ ਗੁਨਾਹ ਬਹੁਤ ਲੋਕਾਂ ਨੇ ਭੁਗਤਿਆ ਔਰ ਉਹਦੀਆਂ ਸਜ਼ਾ ਮਿਲੀਆਂ ਨੇ। ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਜੇ ਮੈਂ ਨਾਂ ਲਵਾਂ ਇਸ ਲਈ ਬੁਰਾ ਲੱਗਦਾ। ਮੈਨੂੰ ਪਤਾ ਕਿਸ ਬੰਦੇ ਦੇ ਕੀੜੇ ਪਏ ਔਰ 6 ਮਹੀਨੇ ਕਿਹਾ ਕਿ ਅਸੀਂ ਕੌਮ ਨਾਲ ਗਦਾਰੀ ਕੀਤੀ ਹੈ ਤਾਂ ਕੀੜੇ ਪਏ ਹੋਏ ਸਾਡੇ। ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਮੈਨੂੰ ਪਤਾ ਇਸ ਚੀਜ਼ਾਂ ਦਾ। ਆਹ ਜਿਹੜੀ ਦਿੱਲੀ ਕਮੇਟੀ ਬਣੀ ਹੈ, ਜਦੋਂ ਜਿੰਦਰਾ ਲੱਗਿਆ, ਨਰੇਪ ਕੌਰ ਮਿਲ ਗਈ ਇੰਦਰਾ ਗਾਂਧੀ ਦੇ ਨਾਲ, 15 ਦਿਨ ਜਿੰਦਰੇ ਲੱਗੇ। ਉਸ ਤੋਂ ਬਾਅਦ ਅੰਮ੍ਰਿਤਸਰ ਤੋਂ ਮੋਰਚਾ ਲਾਇਆ, ਸੰਤ ਬਾਬਾ ਫਤਿਹ ਸਿੰਘ ਪ੍ਰਧਾਨ ਸੀ। ਪਹਿਲਾ ਜਥਾ ਸੰਤ ਬਾਬਾ ਫਤਿਹ ਸਿੰਘ 101 ਸਿੰਘਾਂ ਦਾ ਲੈ ਕੇ ਆਇਆ ਸੀ ਜੀ। ਸੰਤ ਫਤਿਹ ਸਿੰਘ ਰੇਲੇ ਤੋਂ ਲੈ ਕੇ ਗੰਗਾ ਨਗਰ। ਔਰ ਉਸ ਤੋਂ ਬਾਅਦ ਜਥੇ ਦਾ ਲੀਡਰ ਮੈਂ ਸਭ ਤੋਂ ਛੋਟਾ ਸੀ, ਕੋਈ 23 ਸਾਲ ਦਾ ਸੀ। ਮੈਨੂੰ ਕਹਿੰਦੇ ਵੀ ਆਹ ਬੱਚਾ ਪੜ੍ਹਿਆ ਲਿਖਿਆ ਆਪਣਾ ਨੌਜਵਾਨ ਮੁੰਡਾ, ਇਹ ਹੁਣ ਲੀਡਰ ਆਪਣਾ। ਪਹਿਲਾ ਜਥਾ ਲੈ ਕੇ ਇੰਟਰ ਇਸ ਜੇਲ੍ਹ ਦੇ ਵਿੱਚ ਮੈਂ ਦਾਖਲ ਹੋਇਆ ਸੀ। ਉਸ ਤੋਂ ਬਾਅਦ ਜਥਾ ਸੰਤੋਖ ਸਿੰਘ ਦਿੱਲੀ 32 ਸਿੰਘ ਲੈ ਕੇ ਦਾਖਲ ਹੋਇਆ ਸੀ। ਉਸ ਤੋਂ ਬਾਅਦ 18,000 ਬੰਦਾ ਪੰਜਾਬ ਚੋਂ ਆਇਆ। ਇਹ ਮੋਰਚਾ ਜਿੱਤਿਆ ਗਿਆ ਤਾਂ ਦਿੱਲੀ ਕਮੇਟੀ ਬਣੀ ਹੈ। ਇਹ ਬਣਾਉਣਾ ਕੌਣ? ਅਕਾਲੀ ਦਲ ਬਣਾਉਣਾ। ਔਰ ਤੁਸੀਂ ਕਿੱਥੋਂ ਬਣੇ ਹੋ? ਅਕਾਲੀ ਦਲ ਦੇ ਨਾਂ ਤੇ ਚੋਣ ਨਹੀਂ ਲੜੇ। ਅਕਾਲੀ ਦਲ ਦੇ ਪ੍ਰਧਾਨ ਨਹੀਂ ਸੀ ਤੁਸੀਂ, ਅਕਾਲੀ ਦਲ ਦੇ ਮੈਂਬਰ ਨਹੀਂ ਸੀ ਤੁਸੀਂ। ਅੱਜ ਤੁਸੀਂ ਏਡੀ ਵੱਡੀ ਗਦਾਰੀ ਕਰਕੇ ਹਾਲਾਤ ਕਰਦੇ ਹੋ। ਸੋਚੋ, ਕੋਈ ਡਰੋ ਰੱਬ ਤੋਂ। ਗੁਰੂ ਘਰ 'ਚ ਇਨਸਾਫ ਹੈ, ਬੜੇ ਲੋਕਾਂ ਦਾ ਹੋਇਆ, ਨਬੀ ਇਸਤਰੀ ਹੁੰਦੀਆਂ ਨਹੀਂ, ਮੈਂ ਉਹ ਮਿਸਾਲਾਂ ਦੇ ਸਕਦਾ। ਇਸ ਕਰਕੇ ਮੈਂ ਕਹਿਣਾ ਚਾਹਾਂਗਾ, ਅੱਜ ਵੀ ਤੁਹਾਨੂੰ ਵੀ ਕਹਿਣਾ ਚਾਹਾਂਗਾ ਕਿ ਆਪਾਂ ਲੜਾਈ ਕੋਈ ਆਪਣੀ ਨਿੱਜੀ ਨਹੀਂ ਲੜਦੇ। ਕੌਮਾਂ 'ਚ ਹਮੇਸ਼ਾ ਗਦਾਰ ਵੀ ਹੁੰਦੇ ਤੇ ਕੌਮਾਂ 'ਚ ਹਮੇਸ਼ਾ ਸਰਦਾਰ ਵੀ ਹੁੰਦੇ। ਤੇ ਦਿੱਲੀ ਯੂਨੀਵਰਸਿਟੀ ਪੜ੍ਹੀ ਤਾਂ ਕਿ 18 ਸਾਲ ਬਾਅਦ ਜਾ ਕੇ ਸਰਦਾਰ ਉਦਮ ਸਿੰਘ ਸਨਾਮ ਨੇ, ਜਿਹਨੇ ਔਖੀ ਦੇਖਿਆ ਸਾਕਾ, 18 ਸਾਲ ਬਾਅਦ ਅੰਗਰੇਜ਼ ਤੋਂ ਲੰਡਨ ਜਾ ਕੇ ਬਦਲ ਲਿਆ ਕਿ ਅਸੀਂ ਕਹੇ ਤਾਂ ਅੰਗਰੇਜ਼ ਗਿੱਦੜ ਹੈ,
ਆ ਸਰਦਾਰ ਆ ਤੇ ਤੁਹਾਡੇ ਸਾਹਮਣੇ ਖੜਾ ਤੇ ਆ ਪੰਜਾਬੀ ਸਰਦਾਰ ਹੈ ਤੇ ਤੂੰ ਹੁਣ ਕਿਧਰਾਂ ਭੱਜੀ ਨਾ, ਤੇ ਉੱਥੇ ਪਿਸਤੌਲ ਧਰ ਕੇ ਗ੍ਰਿਫਤਾਰੀ ਦੇ ਦਿੱਤੀ ਸੀ। ਇਸ ਤਰ੍ਹਾਂ ਭਗਤ ਸਿੰਘ ਵਰਗੇ ਹੋਏ 19 ਸਾਲ ਦੇ ਵਿੱਚ ਬੰਬ ਸਿੱਟ ਕੇ ਕਿਹਾ ਸੀ ਕਿ ਮੈਂ ਮਾਰਨੇ ਨਹੀਂ, ਮੈਂ ਅੰਗਰੇਜ਼ ਨੂੰ ਦੱਸਣਾ ਕਿ ਅਸੀਂ ਜਾਗ ਚੁੱਕੇ ਹੁਣ ਨਿਕਲ ਜਾਓ ਇੱਥੋਂ। ਮਾਰਨੇ ਹੁੰਦੇ ਤਾਂ ਉੱਥੇ ਮੇਰਾ ਸਿੱਟਾ ਸੈਂਟਰ ਦੇ ਵਿਚਾਲੇ ਸਿੱਟਿਆ ਸੀ ਪਾਰਲੀਮੈਂਟ ਦੇ ਬੰਦਾ ਕੋਈ ਨਹੀਂ ਸੀ ਮਰਿਆ ਔਰ ਗ੍ਰਿਫਤਾਰੀ ਦਿੱਤੀ ਸੀ। ਇਸ ਕਰਕੇ ਇਸ ਕੌਮ 'ਚ ਜਿਹੜੇ ਬਹਾਦਰ ਨੇ ਇਹਨਾਂ ਦਾ ਬਾਰ-ਬਾਰ ਪਰਖੋ ਨਾ, ਦੇਸ਼ ਦੇ ਭਲੇ 'ਚ ਹੈ। ਦੇਸ਼ ਦੀ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਬਿਲਕੁਲ ਧਰਮ ਦਖਲ ਨਹੀਂ ਦੇਣਾ ਚਾਹੀਦਾ। ਜਾਂ ਪਖੰਡ ਨਾ ਕਰੋ। ਤੁਸੀਂ ਕਿਉਂ ਦਿੱਲੀ 'ਚ ਗੁਰੂ ਤੇਗ ਬਹਾਦਰ ਬਣਾਉਣੇ ਦਿਨ ਬਣਾਉਣੇ ਪਖੰਡ ਕਰਦੇ ਹੋ? ਇਸ ਕਰਕੇ ਵੱਧ ਲਓ ਰੱਬ ਤੋਂ। ਤੁਸੀਂ ਵੀ ਧਰਮ ਨੂੰ ਮੰਨਦੇ ਹੋ, ਤੁਸੀਂ ਵੀ ਕਹਿ ਲਓ ਕਿ ਅਸੀਂ ਵਾਹਿਗੁਰੂ ਰਾਮ ਨੇ ਕਹਿ ਕੇ ਮੰਨਦੇ ਆ, ਅਸੀਂ ਵੀ ਧਰਮ ਨੂੰ ਮੰਨਦੇ ਆ। ਇਹੀ ਤਾਂ ਜਫਰਨਾਮਾ ਸੀ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਸੀ ਕਿ ਰੰਗਦੇਵ ਤੂੰ ਵੀ ਇੱਕ ਰੱਬ ਨੂੰ ਮੰਨਦਾ, ਮੈਂ ਇੱਕ ਰੱਬ ਨੂੰ ਮੰਨਦਾ। ਪਰ ਜਿਹੜੇ ਤੇਰੇ ਕਾਫਰਾਂ ਨੇ ਇੰਨੀਆਂ ਸੌਹਾਂ ਖਾਧੀਆਂ, ਜੇ ਲਾ ਦਿਓ ਗੁੜ ਲਿਪੜ ਕੇ ਗਰਮ ਕਰਕੇ ਲਾ ਦਿਓ ਬਾਹ ਤੇ ਉਹਦੇ ਤਿਲ ਛੱਡ ਦਿਓ, ਉਹ ਗਿਣੇ ਨਹੀਂ ਜਾਂਦੇ। ਇੰਨੀਆਂ ਸੌਹਾਂ ਖਾ ਕੇ ਮੈਨੂੰ ਅਨੰਦਪੁਰ ਦੇ ਕਿਲੇ ਸੇ ਮੈਨੂੰ ਛੱਡਣ ਨੂੰ ਕਿਹਾ, ਮੁੜ ਕੇ ਮੇਰੇ ਬੰਦੇ ਫੌਜ ਲਾਤੀ ਤੇਰੇ ਗਿੱਦੜਾਂ ਨੂੰ। ਮੇਰੇ 7-7 ਸਾਲ ਦੇ ਬੱਚਿਆਂ ਨੂੰ ਕੰਧਾ ਚੜਿਆ, ਮੇਰੇ 9 ਮੇਰੇ 40 ਸਿੰਘਾਂ ਨਾਲ ਤੇਰਾ 10 ਬੰਦਾ ਲੜਿਆ। ਆ ਤੇਰੇ ਜੋਧਾ ਤੇ ਮੇਰੇ ਨਾਲ ਆ ਕੇ ਸਾਹਮਣੇ ਲੜ ਨਹੀਂ, ਇਹ ਪਖੰਡ ਛੱਡ ਦੇ। ਇਸ ਕਰਕੇ ਔਰੰਗਜ਼ੇਬ ਨੂੰ ਸੁਰਤ ਆ ਗਈ ਸੀ। ਪੜੋ ਦਿੱਲੀ ਵਾਲਾ ਹਿਸਟਰੀ ਕੇ ਔਰੰਗਜ਼ੇਬ ਚੱਲ ਪਿਆ ਸੀ ਗੁਰੂ ਸਿੰਘ ਕੋਲੇ ਮਾਫੀ ਮੰਗਣ ਵਾਸਤੇ, ਲੇਕਿਨ ਗੁਰੂ ਨੇ ਨਹੀਂ ਚਾਹਿਆ। ਉੱਥੇ ਹੀ ਉਸ ਦੀ ਮੌਤ ਹੋ ਗਈ ਸੀ ਔਰੰਗਾਬਾਦ ਦੇ ਵਿੱਚ। ਅੱਜ ਉਹਦੇ ਕਿਲੇ ਤੇ ਦੀਵਾ ਨਹੀਂ, ਜਾ ਕੇ ਕੋਈ ਦੇਖ ਲਓ, ਤੁਸੀਂ ਦੇਖ ਲਓ, ਤੁਹਾਨੂੰ ਮੈਂ ਕਹਿੰਦਾ ਦੇਖ ਲਓ। ਲੇਕਿਨ ਗੁਰੂ ਗੋਬਿੰਦ ਸਿੰਘ ਜਿੱਥੇ ਕਿਤੋਂ ਦੀ ਘੋੜਾ ਵੀ ਲੰਘਿਆ ਉੱਥੇ ਗੁਰਦੁਆਰਾ ਬਣਿਆ, ਲੋਕ ਮੱਥਾ ਟੇਕਦੇ, ਦੁੱਧ ਤੇ ਪੁੱਤ ਮੰਗਦੇ, ਤਾਕਤਾਂ ਮੰਗਦੇ। ਇਸ ਕਰਕੇ ਇਹ ਗੁਰੂ ਘਰ ਹੈ, ਇਹਦੇ ਨਾਲ ਕੋਈ ਵੀ ਇਸ ਤੋਂ ਨਾਬਰ ਨਹੀਂ ਹੋ ਸਕਦਾ। ਗੁਰੂ ਗ੍ਰੰਥ ਸਾਹਿਬ ਦੀ ਜੋ ਤੁਸੀਂ ਕਰਦੇ ਹੋ, ਜੋ ਗੁਰੂ ਘਰ ਦੀ ਕਰਦੇ ਹੋ ਤੁਸੀਂ, ਇਸ ਤਰ੍ਹਾਂ ਕਰਕੇ ਇਹ ਬਹੁਤ ਵੱਡਾ ਜੁਰਮ ਹੈ। ਔਰ ਤੁਹਾਨੂੰ ਮੈਂ ਨਾਲ ਰਹਿ ਵੀ ਦੇਵਾਂਗਾ। ਬੇਨਤੀ ਤੁਹਾਨੂੰ ਨਹੀਂ ਕਰਨੀ ਕਿ ਤੁਸੀਂ ਗੁਜ਼ਾਰੀ ਕੀਤੀ ਹੈ, ਲੇਕਿਨ ਰਹਿ ਦੇਵਾਂ ਕਿ ਇਸ ਗਲਤੀ ਤੋਂ ਬਚੋ। ਜੋ ਤੁਸੀਂ ਗਲਤੀ ਕਰਦੇ ਹੋ ਰਾਜ ਭਾਗ ਵਾਸਤੇ ਕਰੀ ਜਾਓ। ਦੁਨੀਆ ਤੇ ਰਾਜ ਆਉਂਦੇ ਨੇ ਜਾਂਦੇ ਨੇ, ਲੇਕਿਨ ਕੌਮਾਂ 'ਚ ਬਹਾਦਰ ਥੋੜੇ ਹੁੰਦੇ ਜਿਹਦਾ ਸਦਾ ਨਾਂ ਰਹਿੰਦਾ। ਕਦੇ ਉਹਨਾਂ ਦਾ ਨਾਂ ਨਹੀਂ ਰਹਿੰਦਾ ਜਿਹੜੇ ਡੋਂਗਰੇ ਨਾਂ ਉਹਨਾਂ ਬਹਾਦਰਾਂ ਦਾ ਰਹਿੰਦਾ, ਜਿਹੜੇ ਸ਼ਹਾਦਤਾਂ ਦਿੰਦੇ ਨੇ। ਇਸ ਕਰਕੇ ਅੱਜ ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਸ਼ਾਬਾਸ਼। ਮੈਂ ਸਰਨਾ ਸਾਹਿਬ ਹੋਰਾਂ ਨੂੰ, ਸੈਂਡੀ ਸਾਹਿਬ ਬੋਲ ਕੇ ਗਏ ਆ, ਜੋ ਸਾਰੇ ਦੂਸਰੇ ਜਿਤਨੇ ਵੀ ਸਾਰੇ ਆਪਾਂ ਅੱਜ ਕੇਸ ਦੇ ਨਾਂ ਤੇ ਕਿ ਕੌਮ ਦਾ ਮਸਲਾ। ਅਗਰ ਕੌਮ ਦੇ ਮਸਲੇ ਤੇ ਆਪਾਂ ਮਾਰ ਖਾ ਗਏ, ਕੌਮ ਤੋਂ ਮਿਲ ਕੇ ਧਰਮ ਦਾ ਮਸਲਾ ਕਿ ਧਰਮ ਦੇ ਮਸਲੇ ਤੇ ਮਾਰ ਖਾ ਗਏ, ਫਿਰ ਆਪਣਾ ਰੱਬ ਹੀ ਰੱਖ। ਜਿਹੜਾ ਕਿ ਨਹੀਂ ਆਪਾਂ ਕਮਜ਼ੋਰੀ ਦਿਖਾਵਾਂਗੇ, ਗੁਰੂ ਕੋਲੇ ਸਿੰਘ ਹਣਗੇ। ਗੁਰੂ ਸੇਵਾ ਲੈਂਦਾ, ਹਮੇਸ਼ਾ ਲੈਂਦਾ। ਲਛਮਣ ਤੋਂ ਭਾਈ ਲਛਮਣ ਤੋਂ ਪੈਦਾ ਹੁੰਦੇ ਰਹੇ ਨੇ। ਜੈਤੋ ਦੇ ਮੋਰਚੇ 'ਚ ਬੀਬੀ ਸੀ, ਅੰਗਰੇਜ਼ ਦੀ ਡਰੀ ਹੈ, ਆਪਣਾ ਨਹੀਂ ਕਿਸੇ ਨੇ ਲਿਖਿਆ। ਬੀਬੀ ਗੋਹੇ ਦਾ ਬੱਛੜ ਸਿੱਟ ਕੇ ਕੀ ਕਰੀ ਜਾਂਦੇ ਨਾਲ, ਕਹਿੰਦੇ ਨੇ ਮੇਰਾ ਸਿਰ ਜਾਵੇ। ਜਦ ਕਹਿੰਦੇ ਭਾਈ ਗੁਰੂ ਗ੍ਰੰਥ ਸਾਹਿਬ ਖੰਡਨ ਕਰਤਾ, ਇਸ ਕਰਕੇ ਕਹਿੰਦੇ ਮੇਰਾ ਸਿਰ ਜਾਵੇ ਤਾਂ ਜਾਵੇ, ਸਿੱਖੀ ਸਿੱਧਕ ਨਾ ਜਾਵੇ। ਇਹ ਤਾਂ ਸ਼ਹੀਦੀਆਂ ਨੂੰ ਚੱਲੇ ਸਿੱਟ ਕੇ ਬੱਛੜ ਨਾਲ ਰਲ ਗਈ ਗੋਦੀ ਲੈ ਕੇ ਬੱਚਾ। ਉਹ ਕਹਿੰਦੇ ਕੀ ਕਰਦੇ ਆ ਬੀਬੀ, ਉਹ ਤਾਂ ਗੋਲੀ ਚੱਲੂ। ਕਹਿੰਦੇ ਤੁਸੀਂ ਕੀ ਕਰਦੇ ਹੋ? ਕਹਿੰਦੇ ਇਸ ਤਾਂ ਗੁਰੂ ਉੱਥੇ ਜਾਂਦੇ ਆ ਸ਼ਹੀਦੀਆਂ। ਕਹਿੰਦੇ ਮੈਂ ਨਹੀਂ ਜਾ ਸਕਦੇ। ਪਹਿਲੀ ਗੋਲੀ ਉੱਤੋਂ ਆਈ, ਬੱਚੇ ਦੇ ਵੱਜੀ। ਬੱਚਾ ਧਰਤੀ ਤੇ ਪਾ ਕੇ ਅੱਧੀ ਚੁੰਨੀ ਪਾੜ ਕੇ ਉੱਤੇ ਦੇ ਕੇ ਫਿਰ ਝੰਡਾ ਲੈ ਕੇ ਚੱਲ ਪਈ। ਔਰ ਦੇਖ ਰਿਹਾ ਸੀ ਮਗਰ ਅੰਗਰੇਜ਼ ਦੇ ਦੂਰਬੀਨ ਨਾਲ ਉਹਨਾਂ ਦਾ ਪਾਦ ਹੀ ਦੇਖ ਰਿਹਾ ਸੀ। ਉਹ ਕਹਿੰਦਾ ਬੰਦ ਕਰੋ। ਜਿਸ ਕੌਮ ਦੀਆਂ ਬੀਬੀਆਂ ਬੱਚਿਆਂ ਨੂੰ ਇਸ ਤਰ੍ਹਾਂ ਕਰਕੇ ਸ਼ਹਾਦਤ ਦੇ ਕੇ ਤੇ ਅੱਗੇ ਚੱਲ ਸਕਦੇ, ਤੁਸੀਂ ਕੌਮ ਨੂੰ ਹਰਾ ਨਹੀਂ ਸਕਦੇ। ਪੰਜਵਾਂ ਆਖਰੀ ਮੋਰਚਾ ਸੀ ਜੈਤੋ ਵਾਲਾ, ਉਸ ਤੋਂ ਬਾਅਦ ਅੰਗਰੇਜ਼ ਨਹੀਂ ਬੰਦੀ। ਮੈਂ ਕਹਿਣਾ ਚਾਹਾਂਗਾ ਇਹ ਕੋਈ ਚੀਜ਼ ਨਹੀਂ ਜਿਹੜੇ ਲੋਕ ਆ ਕਬਜ਼ੇ ਕੁਬਜ਼ੇ ਵਾਲੀਆਂ ਗੱਲਾਂ ਕਰਦੇ ਨੇ, ਸਾਰਾ ਦਿੱਲੀ ਦੀ ਸ਼ਹਿ ਤੇ ਹੋ ਰਿਹਾ। ਔਰ ਮੈਂ ਦਿੱਲੀ ਸਰਕਾਰ ਨੂੰ ਕਹਿਣਾ, ਹਿੰਦੁਸਤਾਨ ਦੀ ਸਰਕਾਰ ਕਹਿਣਾ ਚਾਹਾਂਗਾ ਕਿ ਪ੍ਰਧਾਨ ਮੰਤਰੀ ਜੀ ਇਹਨਾਂ ਗੱਲਾਂ ਤੋਂ ਬਾਜ ਆਓ, ਦੇਸ਼ ਦਾ ਨੁਕਸਾਨ ਨਾ ਕਰੋ। ਬਹਾਦਰ ਕੌਮ, ਜੇ ਤੁਸੀਂ ਜੰਗ ਦਾ ਮੈਦਾਨ ਹੈ, ਅੱਜ ਤਿੱਬਤ ਤੇ ਚੀਨ ਦੀ ਹੱਦ ਤੇ ਵੀ ਖੜੇ, ਅੱਜ ਪਾਕਿਸਤਾਨ ਦੀ ਹੱਦ ਤੇ ਵੀ ਖੜੇ। ਅਨਾਜ ਦਾ ਤਾਂ ਇਹ ਦੇ ਰਹੇ ਜਵਾਨ। ਇਸ ਕਰਕੇ ਤੁਸੀਂ ਇਸ ਕੌਮ ਨਾਲ ਨਾ ਇੰਨੀ ਵੱਡੇ ਪੰਗਿਆਂ 'ਚ ਪਾਓ, ਇਨਡਾਇਰੈਕਟਲੀ ਪੈ ਰਹੇ ਹੋ ਤੁਸੀਂ। ਇਹਨਾਂ ਤੋਂ ਬਚੋ ਤਾਂ ਕਿ ਦੇਸ਼ ਦਾ ਭਲੇ ਵਾਸਤੇ ਇਹੀ ਚੀਜ਼ ਹੈ ਕਿ ਧਰਮ ਆਪੋ ਆਪਣੇ ਧਰਮ ਤੇ ਕੰਮ ਕਰੋ। ਅਸੀਂ ਤਾਂ ਸਾਰਿਆਂ ਨੂੰ ਮੰਨਦੇ ਆ, ਕੋਈ ਆਓ ਸਭ ਵਾਸਤੇ ਚਾਰ ਦਰਵਾਜ਼ੇ ਗੁਰੂ ਨੇ ਤਾਂ ਖੁੱਲੇ ਕਰਤੇ ਨੇ। ਇਸ ਕਰਕੇ ਤੁਹਾਨੂੰ ਵੀ ਕਹਿੰਦੇ ਆ ਕਿ ਜਦੋਂ ਤੁਸੀਂ ਇਹ ਦਿਨ ਮਨਾਉਂਦੇ ਹੋ ਤੇ ਫਿਰ ਸਭ ਕਰੋ, ਉਸ ਸਭ ਦੇ ਮੁਤਾਬਕ ਚੱਲੋ। ਕਿਸੇ ਦੇ ਧਰਮ ਦਾ ਸਾਡੇ 'ਚ ਵੀ ਕਿਸੇ 'ਚ ਵੀ ਦਖਲ ਨਾ ਦਿਓ। ਇਹਦਾ ਲਫ਼ਜ਼ਾਂ ਨਾਲ ਮੈਂ ਜੋ ਤੁਸੀਂ ਆ ਕੇ ਸਰਦਾਰ ਹਿੱਤ ਸਾਹਿਬ, ਬੀਬੀਆਂ ਆਈਆਂ, ਸਾਰੇ ਦੂਸਰੇ ਆਏ, ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ। ਪਾਰਟੀ ਵੱਲੋਂ ਸ਼ਾਬਾਸ਼ ਹੈ ਕਿ ਤੁਸੀਂ ਬਹੁਤ ਬਹਾਦਰੀ ਨਾਲ ਆ ਕੇ ਕੀਤਾ ਹੈ। ਔਰ ਹੁਣ ਇਮੇਜ ਕਰੀ ਕੈਮਰੇ 'ਚ ਆਪਾਂ ਸਾਰਿਆਂ ਨੇ ਕਰਨਾ ਹੈ ਤਾਂ ਕਿ ਮੁੜ ਕੇ ਕੋਈ ਇਹ ਜੁਰਤ ਨਾ ਕਰ ਸਕਣ। ਬਾਕੀ ਕੋਈ ਕਾਇਦਾ ਜਾਂ ਡਾਂਗਾ ਇਹ ਤਾਂ ਪੈਂਦੀਆਂ ਨੇ ਸਿੰਘਾਂ ਤੇ,
ਤੇ ਕਈ ਵਾਰੀ ਤੁਸੀਂ ਸੋਚੋਗੇ ਮੇਰੇ ਵਰਗੇ ਨਰਮਲ ਦੇ ਵੀ 200 ਡਾਂਗ ਪਈ ਹੈ ਇੱਕ ਅੱਧੀ ਵਾਰੀ, ਤੇ ਦੇ ਕੇ ਰੱਬ ਨੇ ਟੁੱਟਣ ਕੁਛ ਨਹੀਂ ਦਿੱਤਾ। ਪਤਾ ਜਿਨ੍ਹਾਂ ਨੇ ਦੇਖਿਆ ਕਿ 100 ਡਾਂਗ ਇੱਕ ਵਾਰੀ ਮੇਰੇ ਬਚੀ, ਪਤਾ ਨਹੀਂ ਕਿਵੇਂ ਰੱਬ ਨੇ ਬਚਾਇਆ। ਲੇਕਿਨ ਨਹੀਂ, ਸਾਰੇ ਭੱਜ ਗਏ। ਮੈਂ ਕਿਹਾ ਵਾਹਿਗੁਰੂ ਜੇ ਘੋੜੇ ਸਿਰਾਂ ਤੇ ਚੜੇ ਨੇ, ਸਿਰ ਕਟਾਏ, ਅਸੀਂ ਡਾਂਗਾ ਨਹੀਂ ਖਾ ਸਕਦੇ, ਭੱਜਾਂਗੇ। ਅਖੀਰ 5-6 ਜਣਿਆਂ ਨੇ ਚੱਕ ਕੇ ਮੈਨੂੰ ਘੜੀਸ ਕੇ ਪਰਾਂ ਕੀਤਾ, ਕਹਿੰਦੇ ਜ਼ਰੂਰ ਤੂੰ ਮਰਨਾ। ਸੋ ਇਸ ਕਰਕੇ ਰੱਬ ਤੋਂ ਸ਼ਕਤੀ ਮੰਗੋ, ਰੱਬ ਸ਼ਕਤੀ ਦਿੰਦਾ ਹੈਗੀ। ਲੇਕਿਨ ਜਿਹਦੇ ਮਨ ਤੇ ਭਰੋਸਾ ਹੈ ਉਹ ਗੁਰੂ ਦੇਵੇਗਾ। ਕੌਮ ਨੂੰ ਸ਼ਕਤੀ ਦਿੱਤੀ ਹੈ, ਤੁਸੀਂ ਇਹ ਸਾਰਾ ਕੁਝ ਕੀਤਾ। ਮੈਂ ਤੁਹਾਡਾ ਜਿੱਥੇ ਗੁਰੂ ਮਹਾਰਾਜ ਦਾ ਧੰਨਵਾਦੀ ਆ, ਫਿਰ ਤੁਹਾਡਾ ਸਾਰਿਆਂ ਦਾ ਹਿਸਾਬ। ਜਿੰਨੇ ਬੀਬੀਆਂ ਤੁਸੀਂ ਸਾਰੇ ਆਏ, ਸਾਰੇ ਖੜੇ ਮੇਰੇ ਨਾਲ ਸਾਥੀ, ਮੈਨੂੰ ਪਤਾ ਹੈ ਜਿਹੜੇ ਆਏ, ਸਾਰਿਆਂ ਦਾ ਬਹੁਤ ਧੰਨਵਾਦ। ਦਿੱਲੀ ਕਮੇਟੀ ਦੇ ਮੈਂਬਰ ਸਾਹਿਬਾਨ ਸਾਰੇ ਤੁਸੀਂ ਜਥੇਬੰਦੀ ਕਮੇਟੀ ਮੈਂਬਰ ਸਾਹਿਬਾਨ ਸਾਰੇ ਮੇਰੇ ਪਿੱਛੇ ਖੜੇ ਆਏ ਹੋ, ਮੈਨੂੰ ਪਤਾ। ਸ਼ਾਬਾਸ਼, ਤਕੜੇ ਹੋ ਕੇ ਆਪਾਂ ਇਸ ਤਰ੍ਹਾਂ ਪਾਰਟੀ ਦੀ ਸੇਵਾ ਆਪਾਂ ਕਿਸੇ ਨਾਲ ਨਾ ਤਾਂ ਆਪਣਾ ਕੋਈ ਕਬਜ਼ਾ ਹੈ। ਜੋ ਸ਼ੰਟੀ ਜੀ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਹੈ, ਉਹਦਾ ਇਹ ਦਫ਼ਤਰ ਹੈ, ਅੱਜ ਤੋਂ ਨਹੀਂ ਕਿੰਨੀ ਦੇਰ ਤੋਂ ਹੈ। ਇਸ ਕਰਕੇ ਇਸ ਦਫ਼ਤਰ ਨੂੰ ਧੱਕੇ ਨਾਲ ਖੋਹਣ ਵਾਸਤੇ ਉਹ ਆਏ ਨੇ। ਧੱਕਾ ਉਹਨਾਂ ਦਾ ਹੈ, ਨਾ ਕਿ ਤੁਸੀਂ ਕੋਈ ਧੱਕਾ ਕੀਤਾ। ਆਪਾਂ ਆਪਣੇ ਹਿਸਾਬ ਵਾਸਤੇ, ਹੱਕ ਵਾਸਤੇ ਆਏ ਆ। ਜੇ ਅੱਜ ਇਹ ਹੱਕ ਆਪਾਂ ਛੱਡਦੇ ਆ, ਕੱਲ ਨੂੰ ਸਾਰੇ ਆਪਾਂ ਤੋਂ ਖੋਹ ਲੈਣਗੇ। ਇਸ ਕਰਕੇ ਕਿਤੇ ਵੀ ਨਹੀਂ ਆਪਾਂ ਕੋਈ ਰਾਜ ਮੰਗਦੇ ਇਹਨਾਂ ਤੋਂ ਕਿ ਅਸੀਂ ਰਾਜ ਲੈਣ ਵਾਸਤੇ ਆ ਰਹੇ ਹਾਂ। ਅਸੀਂ ਤੇ ਆਪਦਾ ਹੱਕ ਲੈਣ ਵਾਸਤੇ, ਪਾਰਟੀ ਸ਼੍ਰੋਮਣੀ ਅਕਾਲੀ ਦਲ ਰਾਜ ਵਾਸਤੇ ਨਹੀਂ ਬਣੀ ਸੀ। ਰਾਜ ਵਾਸਤੇ ਬਣੀ ਹੁੰਦੀ ਤਾਂ ਕੋਈ 150 ਬੰਦਾ ਸ਼ਹੀਦ ਨਹੀਂ ਸੀ ਹੁੰਦਾ। ਰਾਜਾ ਇਹ ਲੋਕ ਤਾਂ ਭੱਜ ਜਾਂਦੇ ਨੇ, ਜਿੱਧਰ ਚਾਹੁੰਦੇ ਉਹਨੇ ਭੱਜ ਹੀ ਗਏ ਨਾ। ਜਿੱਦਾਂ ਰਾਜ ਲੈਣ ਸੀ ਭੱਜ ਹੀ ਗਏ ਨਾ, ਨਹੀਂ ਤੇ ਕੀ ਲੋੜ ਸੀ। ਸਭ ਕੁਝ ਕੋਲੇ ਸੀ, ਸਭ ਕੁਝ ਤੁਹਾਡੇ ਕੋਲੇ ਸੀ। ਇਹ ਕੁਛ ਇਹ ਦਫ਼ਤਰ ਤੇ ਤੁਸੀਂ, ਤੁਹਾਡੀਆਂ ਫੋਟੋਆਂ ਲੱਗੀਆਂ ਸੀ। ਸੋ ਇਸ ਕਰਕੇ ਵੀਰੋ, ਇਹ ਗੁਰੂ ਮਹਾਰਾਜ ਦੀ ਕਿਰਪਾ ਹੈ, ਉਹਨੇ ਕੀਤੀ ਹੈ। ਉਹ ਸਿਰ ਤੇ ਆਪਣੇ ਸਾਰਿਆਂ ਦੇ ਹੱਥ ਰੱਖੇਗਾ। ਮੈਂ ਗੁਰੂ ਕੋਲ ਵੀ ਅਰਦਾਸ ਕਰਨ ਨੂੰ ਕਿਰਪਾ ਕਰ, ਪੰਥ ਨੂੰ ਸ਼ਕਤੀ ਦੇ, ਤਾਂ ਕਿ ਪੰਥ ਦਿਨ ਦੁਗਣੀ ਤੇ ਰਾਤ ਚੌਗਣੀ ਕਰੇ, ਤੇ ਸਿੰਘਾਂ ਨੂੰ ਸਾਰਿਆਂ ਤੇ ਸ਼ਕਤੀ ਦੇਵੇ ਕਿ ਅਸੀਂ ਤਕੜੇ ਹੋ ਕੇ ਇਸ ਆਪ ਵਾਸਤੇ ਲੜ ਸਕੀਏ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਸੰਗਤ ਜੀ, ਜਿੱਦਾਂ ਕਿ ਆਪ ਸਭ ਜਾਣਦੇ ਹੋ ਕਿ ਦਿੱਲੀ ਕਮੇਟੀ ਦੀ ਚੋਣ ਜਦੋਂ ਹੋਈ ਹੈ, ਪਹਿਲੇ ਦਿਨ ਦਾਸ ਤੇ ਬੀਬੀ ਰਣਜੀਤ ਕੌਰ ਇਹਨਾਂ ਨੂੰ ਛੱਡ ਕੇ ਆਪਣੇ ਘਰ ਬਹਿ ਗਏ ਸੀਗੇ, ਕਿਉਂਕਿ ਜੋ ਚੋਰਾਂ ਨੂੰ ਇੱਥੇ ਸੀਟਾਂ ਦਿੱਤੀਆਂ ਗਈਆਂ ਉਹਦੀ ਲੜਾਈ ਸੀ, ਸੱਚ ਦੀ ਲੜਾਈ ਸੀ, ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਲੜਾਈ ਸੀ। ਬੀਬੀ ਰਣਜੀਤ ਕੌਰ ਜੀ ਨੂੰ ਵੀ ਕਿਹਾ ਗਿਆ, ਮੈਨੂੰ ਵੀ ਕਿਹਾ ਗਿਆ ਕਿ ਅਸੀਂ ਅਕਾਲੀ ਦਲ ਦਾ ਨਾਂ ਨਹੀਂ ਲੈਣਾ, ਤੇ ਸਾਨੂੰ ਗੁਰੂ ਨੇ ਬਲ ਬਖਸ਼ਿਆ ਔਰ ਅਸੀਂ ਅਕਾਲੀ ਦਲ ਪਾਰਟੀ ਵਾਸਤੇ ਅਸੀਂ ਦਿੱਲੀ ਦੇ ਅੰਦਰ एकजुट होकर ਅਸੀਂ ਖੜੇ ਹੋਏ। ਔਰ ਮੈਂ ਆਪ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕਰਦਾ ਜੋ ਦਿੱਲੀ ਦੇ ਵੱਖ-ਵੱਖ ਕੋਨਿਆਂ ਦੇ ਵਿੱਚੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋ। ਮੈਂ ਸੰਗਤ ਨੂੰ ਅਪੀਲ ਕਰਾਂਗਾ ਦਿੱਲੀ ਦੀ ਕਿ ਦਿੱਲੀ ਦੀ ਵੱਖ-ਵੱਖ ਜਥੇਬੰਦੀਆਂ, ਦਿੱਲੀ ਗੁਰਦੁਆਰਾ ਕਮੇਟੀ ਦੀ ਪ੍ਰਧਾਨ ਕੋਲ ਔਰ ਇਹਨਾਂ ਸਾਰਿਆਂ ਕੋਲ ਜਾਣ ਔਰ ਇਹਨਾਂ ਨੂੰ ਸਮਝਾਉਣ ਕਿ ਇਹ ਦਫ਼ਤਰ ਅੱਜ ਨਹੀਂ ਹੈ, 30-35 ਸਾਲ ਪੁਰਾਣਾ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਹੈ। ਤੁਹਾਨੂੰ ਸੇਵਾ ਦਿੱਤੀ ਹੈ, ਸੇਵਾ ਕਰੋ, ਦਫ਼ਤਰਾਂ ਦੇ ਉੱਤੇ ਕਬਜ਼ਾ ਨਾ ਕਰੋ। ਕਮੇਟੀਆਂ ਦੇ ਤੁਸੀਂ ਕਬਜ਼ਾ ਕਰ ਲਿਆ, ਕੋਈ ਗੱਲ ਨਹੀਂ, ਦਫ਼ਤਰ ਤੇ ਕਬਜ਼ਾ ਨਹੀਂ ਹੋਣ ਦਿਆਂਗੇ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਸਿਪਾਹੀ ਅੱਜ ਇੱਥੇ ਆਪਣੀ ਜਾਨ ਮਾਰਨ ਵਾਸਤੇ ਆਇਆ ਹੋਇਆ ਹੈ। ਮੈਂ ਫਿਰ ਤੁਹਾਨੂੰ ਕਹਿੰਦਾ, ਇਸ ਦਫ਼ਤਰ ਤੋਂ ਧਿਆਨ ਹਟਾ ਦਿਓ। ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਜਿਹੜੀ ਦਿੱਲੀ ਦੀ ਸੰਗਤ ਵਾਸਤੇ ਹੈ, ਉਹ ਇੱਥੋਂ ਲਗਾਤਾਰ ਚਾਲੂ ਰਹੇਗੀ। ਸਾਡੇ ਵਿੱਚ ਕੌਮੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਆਏ ਨੇ। ਮੈਂ ਸੰਗਤ ਨੂੰ ਬੇਨਤੀ ਕਰਾਂਗਾ ਕਿ ਵੱਡੇ ਜੈਕਾਰੇ ਦੀ ਗੂੰਜ ਹੈ ਜਿਨ੍ਹਾਂ ਦਾ ਸਵਾਗਤ ਕਰਨ। ਬੋਲੇ ਸੋ ਨਿਹਾਲ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਚ ਵਿਰਾਜਮਾਨ ਗੁਰੂ ਰੂਪੀ ਸਾਧ ਸੰਗਤ ਜੀ ਫਤਿਹ ਅਰਜ਼ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ, ਜੇ ਆਪਾਂ ਦੇਸ਼ ਦੀ ਆਬਾਦੀ ਦੇ ਹਿਸਾਬ ਨਾਲ ਦੇਖੀਏ ਤਕਰੀਬਨ 2% ਹੈ। ਪਰ ਇੱਕ ਐਜੀ ਕੌਮ ਹੈ ਬਹੁਤ ਮਿਹਨਤੀ, ਇਮਾਨਦਾਰ, ਸੇਵਾ ਕਰਨ ਵਾਲੀ,
ਦੁਨੀਆ 'ਚ ਜਿੱਥੇ ਵੀ ਜਾ ਕੇ ਬਸੀ ਹੈ, ਉਹਨਾਂ ਨੇ ਉੱਥੇ ਆਪਣਾ ਨਾਂ ਕਮਾਇਆ। ਅੱਜ ਕੱਲ ਤਾਂ ਕਈ ਦੇਸ਼ਾਂ ਦੀਆਂ ਸਰਕਾਰਾਂ ਚਲਾ ਰਹੇ ਆ ਆਪਣੇ ਭੈਣ ਭਰਾ। ਤੁਸੀਂ ਕਿਤੇ ਵੀ ਆਪਣੇ ਸਿੱਖ ਨੂੰ ਮੰਗਦੇ ਨਹੀਂ ਦੇਖੋਗੇ, ਦਿੰਦੇ ਦੇਖੋਗੇ, ਸੇਵਾ ਕਰਦੇ ਦੇਖੋਗੇ। ਆ ਆਪਣੀ ਤਾਕਤ ਹੈ। ਜਿਵੇਂ ਹੁਣੀ ਆਜ਼ਾਦੀ ਦੀ ਗੱਲ ਹੋਈ, ਜੇ ਤੁਸੀਂ ਇਤਿਹਾਸ ਦੇਖੋ, ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਸਭ ਤੋਂ ਵੱਧ ਜੇ ਕਿਸੇ ਨੇ ਸ਼ਹਾਦਤਾਂ ਦਿੱਤੀਆਂ, ਕੁਰਬਾਨੀਆਂ ਦਿੱਤੀਆਂ, ਤੇ ਆਪਣੇ ਸਿੱਖ ਭੈਣ ਭਰਾਵਾਂ ਨੇ ਦਿੱਤੀਆਂ। ਕਾਲਾ ਪਾਣੀ ਦੀ ਜੇਲ੍ਹ ਹੈ, ਜਿੱਥੇ ਅੰਗਰੇਜ਼ ਜਿਹੜੇ ਆਜ਼ਾਦੀ ਦੀ ਲੜਾਈ ਲੜਦੇ ਸੀ ਉਹਨਾਂ ਨੂੰ ਰੱਖਦੇ ਹੁੰਦੇ ਸੀ। ਤੁਸੀਂ ਦੇਖਿਆ ਹੋਣਾ, ਅੰਡੇਮਾਨ ਨਿਕੋਬਾਰ ਆਈਲੈਂਡ ਹੈ। ਮੈਂ ਤੇ ਵੱਡੇ ਬਾਦਲ ਸਾਹਿਬ ਅਸੀਂ ਗਏ। ਹੁਣ ਐਸਜੀਪੀਸੀ ਦੇ ਪ੍ਰਧਾਨ ਨੇ ਵੀ ਟੀਮ ਭੇਜੀ ਹੈ ਕਿ ਉੱਥੇ ਸਾਰਿਆਂ ਦਾ ਰਿਕਾਰਡ ਲੈ ਕੇ ਆਓ, ਕਿਹੜੇ ਕਿਹੜੇ ਸੈੱਲ ਚ ਕੌਣ ਹੈ। ਮੈਂ ਵੀ ਗਿਆ ਸੀ ਵੱਡੇ ਬਾਦਲ ਸਾਹਿਬ ਦੇਖਣ ਵਾਸਤੇ। ਤੁਸੀਂ ਹਰ ਸੈੱਲ ਦੇ ਸਾਹਮਣੇ ਲਿਖਿਆ ਕੌਣ ਕੌਣ ਸੀ। 90% ਤੋਂ ਵੱਧ ਕੈਦੀ ਆਪਣੇ ਸਿੱਖ ਭੈਣ। 90% ਜਿੰਨੇ ਫਾਂਸੀਆਂ ਲੱਗੀਆਂ ਅੰਗਰੇਜ਼ਾਂ ਦੇ ਟਾਈਮ, 85% ਤੋਂ ਵੱਧ ਆਪਣੇ। ਮੈਨੂੰ ਯਾਦ ਹੈ ਜਦੋਂ ਚਾਬੀਆਂ ਦਾ ਮੋਰਚਾ ਜਿੱਤਿਆ, ਮਹਾਤਮਾ ਗਾਂਧੀ ਨੇ ਚਿੱਠੀ ਲਿਖੀ ਸ਼੍ਰੋਮਣੀ ਅਕਾਲੀ ਦਲ ਨੂੰ ਕਿ ਤੁਸੀਂ ਆਜ਼ਾਦੀ ਦੀ ਪਹਿਲੀ ਜੰਗ ਜਿੱਤ ਗਏ ਹੋ। 100 ਸਾਲ ਪੁਰਾਣੀ ਪਾਰਟੀ ਹੈ। ਆ ਇੱਕ ਸੋਚ ਹੈ, ਕੌਮ ਦੀ ਆਵਾਜ਼ ਹੈ, ਤੁਹਾਡੀ ਜਾਨ ਹੈ। ਜੇ ਅਕਾਲੀ ਦਲ ਹੈ ਤਗੜਾ ਤੇ ਆਪਾਂ ਸਾਰੇ ਤਗੜੇ ਆ। ਜਨਮ ਕਿਵੇਂ ਹੋਇਆ ਸ਼੍ਰੋਮਣੀ ਅਕਾਲੀ ਦਲ ਦਾ? 100 ਸਾਲ ਪਹਿਲੇ ਜਦੋਂ ਮਹੰਤਾਂ ਦੇ ਆਪਣੇ ਸਾਰੇ ਗੁਰੂ ਘਰਾਂ ਦੇ ਕਬਜ਼ਾ ਸੀ ਤੇ ਉਹ ਸਾਰੇ ਬੇਅਦਬੀਆਂ ਕਰਦੇ ਸੀ, ਆਪਣੀ ਕੌਮ ਇਕੱਠੀ ਹੋਈ ਤੇ ਉਹਨੇ ਫੈਸਲਾ ਕੀਤਾ ਕਿ ਆਪਾਂ ਇਹਨਾਂ ਮਹੰਤਾਂ ਤੋਂ ਲੈ ਕੇ ਆਪਾਂ ਦੇਖ ਰੇਖ ਆਪਾਂ ਆਪਣੇ ਆਪ ਕਰਨੀ ਹੈ, ਸੇਵਾ ਆਪਣੇ ਆਪ ਕਰਨੀ ਹੈ। ਉਹ ਉਹਨਾਂ ਨੇ ਮਹੰਤਾਂ ਨੂੰ ਕੱਢ ਕੇ ਆਪਣੀ ਕਮੇਟੀ ਬਣਾਈ 100 ਸਾਲ ਪਹਿਲੇ। ਹੁਣ ਤਾਂ 101 ਸਾਲ ਹੋ ਗਏ। ਪਹਿਲੇ ਜਦੋਂ ਕਮੇਟੀ ਬਣਾਈ, ਉਹਨਾਂ ਨੇ ਸਾਰੇ ਲੀਡਰ ਇਕੱਠੇ ਹੋਏ। ਉਹ ਕਹਿੰਦੇ ਕੌਮ ਦੀ ਫੌਜ ਦੀ ਲੋੜ ਹੈ ਤੇ ਉਹਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਖੜਾ ਕਰੋ। ਸ਼੍ਰੋਮਣੀ ਅਕਾਲੀ ਦਲ ਦਾ 1 ਮਹੀਨੇ ਬਾਅਦ ਉਹਨਾਂ ਨੇ ਆਪ ਗਠਨ ਕੀਤਾ। ਉਹ ਦਿਨ ਤੋਂ ਲੈ ਕੇ ਅੱਜ ਤੱਕ ਕੌਮ ਦੀ ਆਵਾਜ਼, ਕੌਮ ਦੀ ਲੜਾਈ, ਕੌਮ ਵਾਸਤੇ ਕੋਈ ਮੁਸ਼ਕਲ ਹੋਏ, ਸ਼੍ਰੋਮਣੀ ਅਕਾਲੀ ਦਲ ਹੀ ਖੜਦੀ ਹੈ। ਸਿੱਕਿਮ ਗੁਰੂ ਘਰ 'ਚ ਕੋਈ ਸਮੱਸਿਆ ਆਈ ਕਿ ਉਹਨਾਂ ਨੇ ਪ੍ਰਾਈਮ ਮਿਨਿਸਟਰ ਮੋਦੀ ਨੂੰ ਟੈਲੀਫੋਨ ਕੀਤਾ ਸਿੱਖਾਂ ਨੇ? ਨਹੀਂ। ਕੀ ਅਮਿਤ ਸ਼ਾਹ ਨੂੰ ਕੀਤਾ? ਕੀ ਸੋਨੀਆ ਗਾਂਧੀ ਨੂੰ ਕੀਤਾ? ਕੀ ਕੇਜਰੀਵਾਲ ਨੂੰ ਕੀਤਾ? ਨਹੀਂ। ਉਹਨੇ ਸੁਖਬੀਰ ਸਿੰਘ ਬਾਦਲ ਨੂੰ ਕੀਤਾ, ਕਿਉਂਕਿ ਉਹਨੇ ਮੈਨੂੰ ਨਹੀਂ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਕੀਤਾ। ਉਹਨੂੰ ਪਤਾ ਕਿ ਅਕਾਲੀ ਦਲ ਉਹਨਾਂ ਖੜੂਗੇ। ਉਹ ਸਾਨੂੰ ਜਾਣਦੇ ਨਹੀਂ ਸੀ, ਪਰ ਸਿੱਕਿਮ ਸੀ। ਇੱਧਰ ਵੀ ਮਿਲਦਾ ਮਨੀਪੁਰ, ਨਾਗਾਲੈਂਡ, ਉੱਥੇ ਸਮੱਸਿਆ ਆਈ। ਹਿੰਦੁਸਤਾਨ 'ਚ ਨਹੀਂ, ਫਰਾਂਸ ਵਿੱਚ ਪਗੜੀ ਦੀ ਸਮੱਸਿਆ ਆਈ। ਜੇ ਉਹਨਾਂ ਨੇ ਗੱਲ ਕੀਤੀ, ਸਾਡੇ ਨਾਲ ਕੀਤੀ, ਅਸੀਂ ਪਾਰਲੀਮੈਂਟ ਵਿੱਚ ਪ੍ਰਧਾਨ ਮੰਤਰੀ ਨੂੰ ਮਿਲ ਕੇ, ਜਦੋਂ ਹਰਸਿਮਰਤ ਮਿਨਿਸਟਰ ਸੀ ਉਹਨਾਂ ਦਾ ਪ੍ਰਾਈਮ ਮਿਨਿਸਟਰ, ਉਹਨਾਂ ਨਾਲ ਗੱਲ ਕਰਕੇ ਅਸੀਂ ਲੜਾਈ ਲੜੀ। ਜੇ ਆਪਣੀ ਆਵਾਜ਼ ਹੀ ਖਤਮ ਹੋ ਜੂ, ਤੁਸੀਂ ਦੇਖ ਲਓ ਆਪਣੀ 2% ਕੌਮ ਹੈ, ਪਰ ਆਪਣੀ ਏਕਤਾ, ਆਪਣੀ ਤਾਕਤ, ਆਪਣੀ ਇਕੱਠ ਹੈ। ਆ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਥੱਲੇ ਆਪਾਂ ਸਾਰੇ ਇਕੱਠੇ ਆ, ਆ ਬਹੁਤ ਵੱਡੀ ਤਾਕਤ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕੋਈ ਐਸਜੀਪੀਸੀ ਤਾਕਤ ਹੈ। ਪਰ ਹੁਣ ਉਹ ਜਿਹੜੇ ਲੋਕ ਹਨ, ਕਈ ਉਹਨੂੰ ਪਤਾ ਹੈ ਕਿ ਇਸ ਕੌਮ ਨੂੰ ਕਮਜ਼ੋਰ ਕਰਨ ਦੀ ਕੋਈ ਹੈ ਕਿ ਇਸ ਤਾਕਤ ਨੂੰ ਤੋੜਿਆ ਜਾਏ। ਕਾਂਗਰਸ ਨੇ ਐਸਜੀਪੀਸੀ ਨੂੰ ਪਹਿਲਾ ਵਾਰ ਕੀਤਾ, ਐਸਜੀਪੀਸੀ ਨੂੰ ਤੋੜਨ ਦਾ। ਹਰਿਆਣਾ ਕਮੇਟੀ ਨੂੰ ਕਦੇ ਅਲੱਗ ਕਰ ਦਿਓ, ਉਹ ਹਲੇ ਕੇਸ ਚੱਲ ਰਿਹਾ ਹੈ। ਕਿਉਂ ਅਲੱਗ ਕਰੋ? ਕਿਉਂਕਿ ਤਾਕਤ ਘਟੂਗੀ। ਫਿਰ ਉਹਨਾਂ ਮਨ ਹੋਊਗਾ ਕਿ ਜ਼ਿਲ੍ਹੇ ਵਾਈਜ਼ ਮਾਲਵਾਦੀ ਪਰ ਅਲੱਗ ਬਣਾ ਦਿਓ। ਆ ਸਾਜ਼ਿਸ਼ ਹੈ। ਆ ਆਪਾਂ ਨੂੰ ਸਮਝਣ ਦੀ ਲੋੜ ਹੈ। ਆਪਣਾ ਸਾਰੇ ਜਿੱਥੇ ਸਿੱਖਾਂ ਦਾ ਘਰ ਪੰਜਾਬ ਹੈ, ਤੁਹਾਡੇ ਪੇਕੇ ਪੰਜਾਬ ਹੈ। ਜੇ ਤੁਹਾਡੇ ਪੇਕੇ ਤਕੜੇ ਹਨ, ਮਤਲਬ ਸਹੁਰੇ ਘਰ ਵੀ ਪੰਗਾ ਨਹੀਂ ਲੈਂਦੇ। ਤੁਸੀਂ ਦੇਖਿਆ ਹੋਣਾ,
ਸੋ ਪੇਕੇ ਤਕੜੇ ਪੇਕੇ ਦੀ ਥੋੜੀ ਮਹਾਨ ਸ਼੍ਰੋਮਣੀ ਅਕਾਲੀ ਦਲ ਹੈ, ਭਾਵੇਂ ਕੁਛ ਮਰਜੀ ਹੋਏ। ਆ ਕੋਈ ਬੰਦੇ ਦੇ ਪਾਰਟੀ ਨਹੀਂ, ਕੋਈ ਸੁਖਬੀਰ ਸਿੰਘ ਬਾਦਲ ਦੀ ਜਾਇਦਾਦ ਨਹੀਂ। ਮੈਂ ਤਾਂ ਅੱਜ ਕੱਲ ਕੋਈ ਹੋਰ ਹੋਊਗਾ, ਉਹਦੇ ਬਾਅਦ ਹੋਰ ਹੋਊਗਾ। ਆ ਇੰਸਟੀਟਿਊਸ਼ਨ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਹੈ, ਇਹਨੂੰ ਤਕੜਾ ਰੱਖਣਾ, ਇਹਦੇ ਝੰਡੇ ਥੱਲੇ ਰੱਖਣਾ, ਇਕੱਠੇ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਦੇਖੋ ਅੱਜ ਕੱਲ ਜਿਹੜਾ ਮਾਹੌਲ ਮੈਂ ਦੇਖ ਰਿਹਾ, ਉਹ ਭਰਾਵਾਂ ਤੇ ਭਰਾਵਾਂ ਨੂੰ ਲੜਾਉਣਾ ਚਾਹੁੰਦੇ ਆ, ਲੜਾ ਕੇ ਆਪਾਂ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ। ਆਪਾਂ ਕਿਹੜੀ ਉਹਨਾਂ ਦੀ ਗੱਲਾਂ ਸਮਝਦੇ ਨਹੀਂ, ਆਪਾਂ ਗੱਲਾਂ ਚ ਆ ਜਾਂਦੇ ਆ। ਮੈਂ ਤਾਂ ਸਾਰਿਆਂ ਨੂੰ ਆਹੀ ਬੇਨਤੀ ਕਰਦਾ, ਆਪਾਂ ਸਾਰੇ ਇਕੱਠੇ ਹੋਈਏ, ਇੱਕ ਝੰਡੇ ਥੱਲੇ ਇਕੱਠੇ ਰਹੀਏ, ਕਿਉਂਕਿ ਤੁਹਾਡੀ ਤਾਕਤ ਹੀ ਜੇ ਇਕੱਠੇ ਹੋਗੇ ਹੋਰ ਥੋੜੀ ਤਾਕਤ ਵਧੂਗੀ। ਮੈਂ ਹਿੰਦ ਸਾਹਿਬ ਨੇ ਇੱਕ ਦਿਨ ਗੱਲ ਕਰ ਰਿਹਾ ਸੀ, ਮੈਂ ਕਿਹਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇ ਮੈਂਬਰਾਂ ਵਿੱਚ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਇੱਥੇ ਦਾ ਤੁਸੀਂ ਦੇਖਿਆ, ਮੈਂ ਹੈਰਾਨ ਹੈ ਕਿ ਸਾਰੇ ਹੀ ਚਲੇ ਗਏ। ਸਾਡੇ ਦੋ ਬਹਾਦਰ ਬੀਬੀ ਜੀ ਬੈਠੇ ਹੈ, ਕਿਸ ਵਾਸਤੇ? ਛੋਟੀ ਛੋਟੀ ਲਾਲਚਾਂ ਕਰਕੇ। ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ, ਤੁਸੀਂ ਤੁਹਾਨੂੰ ਸੰਗਤ ਨੇ ਬਣਾਇਆ ਗੁਰੂ ਘਰ ਦੀ ਸੇਵਾ ਵਾਸਤੇ, ਪੈਸੇ ਕਮਾਉਣ ਵਾਸਤੇ। ਜੇ ਤੁਸੀਂ ਇਸ ਕੰਮ ਪੈਣਾ ਸੀ ਤਾਂ ਫਿਰ ਤੁਸੀਂ MC ਦਾ ਇਲੈਕਸ਼ਨ ਲੜ ਦਿੰਦੇ, MLA ਦਾ ਇਲੈਕਸ਼ਨ, ਜੋ ਮਰਜ਼ੀ ਕਰਨ, ਸਾਨੂੰ ਕੀ ਲੈਣਾ। ਪਰ ਗੁਰੂ ਘਰ ਦੀ ਸੇਵਾ ਵਾਸਤੇ ਤੁਸੀਂ ਚੁਣੋ, ਤੇ ਛੋਟੀ ਛੋਟੀ ਗੱਲਾਂ ਵਾਸਤੇ ਤੁਸੀਂ ਆਪਣੀ ਕੌਮ ਦੇ ਪਿੱਠ ਤੇ ਛੁਰਾ ਮਾਰਦੇ ਹੋ। ਛੋਟੀ ਛੋਟੀ ਗੱਲਾਂ ਵਾਸਤੇ ਕਿ ਮੈਨੂੰ ਆਹ ਮਿਲ ਜੇ, ਮੈਨੂੰ ਉਹ ਮਿਲ ਜੇ। ਦੇਖੋ ਆ ਕਿਤੇ ਬਰਦਾਸ਼ਤ ਨਹੀਂ ਹੁੰਦੀ। ਲੋਕੀ ਸੋਚਦੇ ਹੈ ਕਿ ਹੁਣ ਟੈਂਪਰਰੀ ਚੌਧਰ, ਐ ਨਹੀਂ ਹੁੰਦਾ। ਟੈਂਪਰਰੀ ਚੌਧਰ ਮਤਲਬ ਪਰਮਨੈਂਟਲੀ ਖਤਮ। ਮੈਨੂੰ ਹੋ ਗਏ ਸਿਆਸਤ ਵਿੱਚ ਕੋਈ 40 ਸਾਲ, ਐਕਟਿਵ 35 ਹੋਣੇ। ਦਿੱਲੀ ਪੰਜਾਬ ਚ SGPC ਦਾ ਇਲੈਕਸ਼ਨ, ਐਨੂਅਲ ਇਲੈਕਸ਼ਨ ਹਰ ਸਾਲ 28-29 ਨਵੰਬਰ ਨੂੰ ਹੁੰਦਾ ਹੈ। 28-29 ਸੈਟ ਹੈ ਡੇਟ। ਕੋਈ ਇੱਥੇ ਸਟੇ ਨਹੀਂ ਹੁੰਦੀ, ਕੋਈ ਰੌਲਾ ਨਹੀਂ ਪੈਂਦਾ ਤਰੀਕ ਦਾ, ਜਿਵੇਂ ਇੱਥੇ ਦਾ ਚੱਲ। ਉੱਥੇ 170 ਮੈਂਬਰ ਹੈ, ਆਪਣੇ ਆਪ ਹੀ ਬੱਸਾਂ ਤੇ ਚੜ ਕੇ ਉਹਨਾਂ ਨੇ ਉਸ ਹਾਲ ਚ ਆ ਜਾਣਾ। ਕਿਸੇ ਨੂੰ ਬੁਲਾਉਣ ਦੀ ਮੈਂ ਪ੍ਰੇਰਣਾ ਕਿਤੇ ਨਹੀਂ ਟੈਲੀਫੋਨ ਕੀਤਾ ਕਿ ਆਪਣੇ ਬੰਦੇ ਉੱਥੇ ਆਉਣ। ਗਰੀਬ ਤੋਂ ਗਰੀਬ, ਤੁਸੀਂ ਉਹਨਾਂ ਦੇ ਘਰੇ ਰੋਟੀ ਨਹੀਂ ਪੱਕਦੀ। ਜੇ ਤੁਸੀਂ ਮੈਂਬਰ ਜਾ ਕੇ ਉਹਨਾਂ ਘਰਾਂ ਦੇਖੋ, ਮਾਤਾ ਉੱਥੇ ਆਏ, ਆਉਂਦੇ ਆਪਣੇ ਵੋਟ ਖਾ ਕੇ ਆਪਣੇ ਆਪ ਹੀ ਚਲੇ ਜਾਂਦੇ। ਉਹਨੂੰ ਪਤਾ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਉਦੋਂ ਕੋਸ਼ਿਸ਼ ਕੀਤੀ ਕਿ ਅਸੀਂ, ਜਿਵੇਂ ਹੁਣ ਇਹਨਾਂ ਨੇ ਸਰਕਾਰ ਨੇ ਕੀਤੀ, ਕਬਜ਼ਾ ਕੀਤਾ ਹੈ ਕਿ ਦਿੱਲੀ ਗੁਰਦੁਆਰਾ, ਉਵੇਂ ਉਹਨਾਂ ਕੈਪਟਨ ਦੀ ਸੋਚ ਸੀ ਕਿ ਅਸੀਂ ਪੰਜਾਬ 'ਚ ਅਸੀਂ ਕਾਂਗਰਸ ਤੋਂ ਕਬਜ਼ਾ ਕਰਾ ਲਈਏ। ਉਹਨਾਂ ਨੇ, ਉਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ, ਉਹਨੇ ਪੂਰੀ ਪੁਲਿਸ ਲਾ ਦਿੱਤੀ ਮੈਂਬਰਾਂ ਦੇ ਘਰੇ, ਉਹਨਾਂ ਦੀ ਘਰ ਵਾਲੀਆਂ ਦੇ ਪਰਚੇ, ਉਹਨਾਂ ਦੇ ਪਰਚੇ। ਮੈਨੂੰ ਲੱਗਦਾ ਐਡੀ ਗੁੰਡਾ ਕਰਦੀ, ਫੜ ਕੇ ਉਹਨਾਂ ਨੂੰ ਜ਼ਮੀਨਾਂ ਤੇ, ਉਹਦੇ ਵਿਚਾਰੇ ਜਿਹੜਾ ਗਰੀਬ ਸੀ ਉਹਦੇ ਘਰ 'ਚ ਪਸ਼ੂ ਕੱਢ ਲਏ, ਸਾਰੇ ਕੁਛ ਜੋ ਧੱਕਾ ਹੋ ਸਕਦਾ ਕੀਤਾ। ਇੱਕ ਮੈਂਬਰ ਨਹੀਂ ਡੋਲਿਆ। ਇੱਕ ਮੈਂਬਰ ਨਹੀਂ ਡੋਲਿਆ, ਪੂਰੀ ਤਾਕਤ ਦੇ ਬਾਵਜੂਦ ਇੱਕ ਮੈਂਬਰ ਨਹੀਂ ਡੋਲਿਆ। ਇੱਕ ਸਾਡੀ ਮੈਂਬਰ ਸੀ ਬਜ਼ੁਰਗ ਬੀਬੀ, ਉਹਦਾ ਘਰ ਵਾਲਾ ਮੈਂਬਰ ਸੀ, ਉਹਦੇ ਘਰੇ ਆਏ ਤੇ ਉਹਦੇ ਮੁੰਡਿਆਂ ਦੇ ਪਰਚਾ ਦੇਦਾ ਝੂਠਾ, ਜਾਣ ਕੇ ਇਹ ਬਣਾ ਕੇ ਲੈ ਗਏ। ਕਹਿੰਦੇ ਜੀ ਮੇਰੇ ਤੇ ਵੀ ਦੇ ਦੇ, ਕਿ ਸਾਰੇ ਦੇ ਦੇ, ਪਰ ਪੰਥ ਨੂੰ ਨਹੀਂ ਦਿੰਦੇ। ਆ ਸਪਿਰਿਟ ਦੇਖੋ ਆਪਣੀ ਕੌਮ ਵਿੱਚ ਹੌਲੀ ਹੌਲੀ ਉਹ ਸਪਿਰਿਟ ਘਟ ਰਹੀ ਹੈ। ਆਪਾਂ ਨੂੰ ਉਹ ਸਪਿਰਿਟ ਵਾਪਸ ਲੈ ਕੇ ਆਉਣੀ ਪੈਣੀ ਹੈ। ਆਪਣੇ ਵਾਸਤੇ ਸਾਰਾ ਕੁਝ ਹੀ ਆ, ਕੁਝ ਸਾਰਾ ਕੁਝ ਹੀ ਆ। LGPC
ਦਿੱਲੀ ਗੁਰਦੁਆਰਾ ਕਮੇਟੀ, ਬੱਚੇ ਤਖਤ ਸਾਹਿਬ, ਆਪਣੀ ਸਾਰਾ ਇੱਕ ਆਪਣਾ ਜਿਵੇਂ ਹੁੰਦਾ ਨਾ, ਸਾਰਾ ਕੁਝ ਹੀ ਆ ਆਪਣੀ ਏਕਤਾ ਹੀ ਆਪਾਂ ਨੂੰ ਤਾਕਤ ਦਿੰਦੀ ਹੈ। ਮੈਂ ਕੁਝ ਗੱਲ ਕਹਿਣਾ ਨਹੀਂ ਚਾਹੁੰਦਾ, ਪਰ ਅੱਜ ਵੀਡੀਓ ਹੈ ਕਈ ਹੈ ਇੱਕ ਆਪਣੇ ਮੁਸਲਮਾਨ ਭਾਈਚਾਰਾ ਹੈ, ਦੇਖੋ ਉਹ ਇਕੱਠੇ ਇਸ ਕਰਕੇ ਤੁਸੀਂ ਦੇਖੋ ਉਹਨਾਂ ਨੂੰ ਦਬਾਈ ਰੱਖ, ਆਪਾਂ ਆਪਣੇ ਇਕੱਠ ਨਾਲ ਆਪਣੀ ਤਾਕਤ ਹੈ। ਇਸ ਕਰਕੇ ਆਪਣਾ ਜਿਹੜਾ ਦੇਸ਼ ਹੈ, ਇਹਦੀ ਵੱਡੀ ਖਾਸੀਅਤ ਹੈ ਸਾਰੇ ਧਰਮਾਂ ਦਾ ਇੱਕ ਇਕੱਠ ਹੈ। ਦੁਨੀਆ ਵਿੱਚ ਜਿੰਨੇ ਧਰਮ ਹੈ ਸਾਰੇ ਦੇਸ਼ ਚ। ਪੰਜਾਬ ਵਿੱਚ ਤੁਸੀਂ ਦੇਖੋ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਆ। ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਇੱਥੇ ਦਿੱਲੀ ਖੱਤਿਆ, ਪੰਜਾਬ ਵਿੱਚ ਦੰਗੇ ਨਹੀਂ ਹੋਏ, ਕਿਉਂਕਿ ਇਹ ਸਿੱਖ ਦੀ ਸੋਚ ਹੈ ਸਰਬੱਤ ਦੇ ਭਲੇ ਦੀ, ਸਾਰਿਆਂ ਨੂੰ ਇਕੱਠੇ ਰੱਖਣ ਦੀ। ਗੁਰੂ ਸਾਹਿਬ ਨੇ ਆਪਣੀ ਜਾਨ ਵਾਰਤੀ ਦੂਜੇ ਧਰਮ ਨੂੰ ਬਚਾਉਣ ਵਾਸਤੇ। ਤੇ ਸਭ ਤੋਂ ਵੱਡਾ ਐਗਜ਼ਾਮਪਲ ਪੰਜਾਬ ਹੈ, ਜਿੱਥੇ ਇੰਨਾ ਕੁਝ ਆਪਣੇ ਭੈਣ ਭਰਾਵਾਂ ਨੂੰ ਹੋਇਆ ਉੱਥੇ ਜਮਾ ਨਹੀਂ ਕੁਝ ਹੋਇਆ। ਕਿਉਂ? ਇਸ ਕਰਕੇ ਆਪਣੀ ਸੋਚ ਹੈ, ਆਪਣੀ ਸਿੱਖ ਕੌਮ ਦੀ ਸਭ ਤੋਂ ਵੱਡੀ ਜਿਹੜੀ ਸੋਚ ਹੈ, ਆਪਾਂ ਨੈਸ਼ਨਲਿਸਟ ਹੈ। ਆਪਾਂ ਨੈਸ਼ਨਲਿਸਟ ਹੈ, ਦੇਸ਼ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਜਿੰਨੀਆਂ ਵੀ ਲੜਾਈਆਂ ਹੋਈਆਂ ਪਾਕਿਸਤਾਨ ਨਾਲ। ਬੰਬ ਕਿਤੇ ਦਿੱਲੀ ਡਿੱਗਿਆ, ਕੋਈ ਬੰਬ ਕਿਤੇ हैदराबाद डिग्या, बॉम्बे डिग्या, डिगे सारे पंजाब च। सो जिन्ना लड़ाई हुई, जो बंटवारा होया कि हैदराबाद वालों को फर्क पिया, आधा अपन फर्क पिया कि अपने परिवार उजड़ के ट्रेना ते ट्रेना अपनी लाशा दी आउंदियां सी, सारा कुछ अपना नुकसान। सो हर चीज जे छाती ते जंगा लड़ियां ते अपनी कौम नहीं लड़ियां। तो इस करके अपनी देश की आजादी विच सब तो बड़ा रोल अपनी कौम का है। तो इस करके मैं आई बेनती करना, कई लोग बहुत समय समय च गद्दार आउंदे हैं, पिठ ते छुरा मारते हैं, वो सोचते हैं कि पता नहीं असीं कित्थे पहुंच जाओगे, पर अपनी कौम की खासियत है कि चढ़ाउंदी बड़ी छेती है तो लाउंदी भी बड़ी छेती है। आई लोग ਜਿਹੜੇ ਆਪਣੇ ਆਪ ਨੂੰ ਬੜਾ ਵਾਹ-ਵਾਹ ਕਹਿੰਦੇ ਹੁੰਦੇ ਸੀ, ਕਿਉਂ ਕਹਿੰਦੇ ਹੁੰਦੇ ਸੀ? ਕਿਉਂਕਿ ਉਹਨਾਂ ਦੇ ਪਿੱਠ ਦੇ ਮਗਰ ਅਕਾਲੀ ਦਲ ਸੀ। ਉਦੋਂ ਉਹਨਾਂ ਨੂੰ ਸਾਰੇ ਸਤਿ ਸ੍ਰੀ ਅਕਾਲ ਵੀ ਬੁਲਾਉਂਦੇ ਹੁੰਦੇ ਸੀ, ਜਕਾਰਿਆਂ ਦਾ ਜਵਾਬ ਵੀ ਦਿੰਦੇ ਹੁੰਦੇ ਸੀ, ਜਿੱਥੇ ਜਾਂਦੇ ਸੀ ਆਓ ਭਗਤ ਕਰਦੇ ਸੀ। ਕਿਉਂ? ਅਕਾਲੀ ਦਲ ਦੇ ਮੈਂਬਰ ਕਰਕੇ ਕਰਦੇ ਹੁੰਦੇ ਸੀ। ਜੇ ਸੁਖਬੀਰ ਸਿੰਘ ਬਾਦਲ ਵੀ ਸੋਚੇ ਕਿ ਮੈਂ ਸਾਰਾ ਕੁਝ, ਜੇ ਸੁਖਬੀਰ ਸਿੰਘ ਬਾਦਲ ਪਾਰਟੀ ਤੋਂ ਅਲੱਗ ਹੋ ਜਾਊਗਾ, ਮੈਨੂੰ ਵੀ ਕਿਸੇ ਦੇ ਸਤਿ ਸ੍ਰੀ ਅਕਾਲ ਨਹੀਂ ਬੁਲਾਉਣਾ। ਆ ਸਾਰਾ ਕੁਝ ਹੀ ਆਪਣੀ ਪਾਰਟੀ ਦਾ ਹੈ। ਸੋ ਆ ਸੋਚਦੇ ਕਿ ਅਸੀਂ ਆਪਣੇ ਲਾਲਚ ਤੋਂ ਇੰਨੇ ਪੈਸੇ ਬਣਾ ਲਾਂਗੇ, ਇੱਥੇ ਆ ਤਾਕਤ 5 ਗਨਮੈਨ ਅੱਗੇ ਪਿੱਛੇ ਲਾਓ। 5 ਗਨਮੈਨ ਨਾਲ ਕੀ ਫਰਕ ਹੁੰਦਾ? ਗਨਮੈਨਾਂ ਕਰਕੇ, ਐਨੀਆਂ ਛੋਟੀਆਂ ਕਰਕੇ ਤੁਸੀਂ ਕੌਮ ਦੇ ਪਿੱਠ ਤੇ ਛੁਰਾ ਮਾਰੋ, ਆਪਣੀਆਂ ਚੀਜ਼ਾਂ ਬਚਾਉਣ ਵਾਸਤੇ ਕੌਮ ਦੇ ਪਿੱਠ ਤੇ ਛੁਰਾ ਮਾਰੋ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਭੁੰਦੜ ਸਾਹਿਬ ਬੈਠੇ ਹੈ, 16 ਸਾਲ ਜੇਲਾਂ ਕੱਟੀਆਂ। ਕਿਉਂ? ਆ 16 ਸਾਲ ਸਾਨੂੰ ਕੱਟਣ ਦੀ ਲੋੜ ਹੀ ਨਹੀਂ ਸੀ ਸਾਡੀ ਲੀਡਰਸ਼ਿਪ ਨੂੰ। ਉਹ ਤਾਂ ਸਿੱਧੇ ਕਹਿੰਦੇ ਸਰਕਾਰ ਬਣਾ ਲਓ, ਸਾਡੇ ਖਿਲਾਫ ਨਾ ਲੜੋ। ਜਦੋਂ ਐਮਰਜੈਂਸੀ ਦੀ ਲੜਾਈ ਸ਼ੁਰੂ ਹੋਈ ਪੂਰੇ ਦੇਸ਼ ਵਿੱਚ, ਤੁਸੀਂ ਦੇਖੋ ਪੂਰੇ ਜਦੋਂ ਐਮਰਜੈਂਸੀ ਦੀ ਲੜਾਈ, ਇੰਦਰਾ ਗਾਂਧੀ ਐਮਰਜੈਂਸੀ ਲਾਈ, ਸਭ ਤੋਂ ਪਹਿਲੇ ਜੇ ਮੋਰਚਾ ਲੱਗਿਆ, ਗ੍ਰਿਫਤਾਰੀ ਕੀਤੀ ਹੈ ਹਿੰਦੁਸਤਾਨ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਹੈ। ਐਂਡ ਉਹ ਗ੍ਰਿਫਤਾਰੀ ਸਭ ਤੋਂ ਵੱਧ ਲੀਡ ਕੀਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਲੀਡ ਕੀਤਾ ਪਹਿਲਾ ਮੋਰਚਾ। ਟੋਟਲ ਹਿੰਦੁਸਤਾਨ ਵਿੱਚ ਐਮਰਜੈਂਸੀ ਦੇ ਦੌਰਾਨ ਟੋਟਲ ਹਿੰਦੁਸਤਾਨ ਵਿੱਚ ਤਕਰੀਬਨ 90,000 ਲੋਕ ਅਰੈਸਟ ਕੀਤੇ ਗਏ ਐਮਰਜੈਂਸੀ ਇੰਦਰਾ ਗਾਂਧੀ ਨੇ, ਤੇ 90,000 ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਦੱਸਿਆ ਕਿੰਨਾ? 60,000 ਤੋਂ ਵੱਧ। ਪੂਰੇ ਦੇਸ਼ ਚ 90 ਤੋਂ 30,000 ਪੂਰੇ ਦੇਸ਼ ਚ ਲੋਕ ਗ੍ਰਿਫਤਾਰ ਹੋਏ ਤੇ 60,000 ਆਪਾਂ ਗ੍ਰਿਫਤਾਰ ਹੋਏ। ਬੋਲੇ ਸੋ ਨਿਹਾਲ।
ਕੌਮ ਨੂੰ, ਇਸ ਬਹਾਦਰ ਜਥੇਬੰਦ ਨੂੰ ਸੋਚਦੇ ਕਿ ਇਹ ਡਰਾ ਸਕਣਗੇ ਜੀ। ਜੇ ਥਾਰਾ ਹੁੰਦੀਆਂ ਰਹਿੰਦੀਆਂ, ਜੰਗਾਂ ਆਉਂਦੀਆਂ ਰਹਿੰਦੀਆਂ, ਪਰ ਜੋ ਆਪਣੀ ਕੌਮ ਦੀ ਸਪਿਰਿਟ ਹੈ ਉਹਨੂੰ ਖਤਮ ਨਹੀਂ ਕਰ ਸਕਦੇ, ਭਾਵੇਂ ਜਿੰਨਾ ਮਰਜ਼ੀ ਜੋਰ ਲੈਣ। ਕੀ ਸ਼ੋਸ਼ਾਬਾਦੀ ਕਬਜ਼ਾ ਕਰੋਗੇ ਦਾ ਦਫ਼ਤਰ ਦਾ ਕੀ ਸਾਂਸੀ ਬਾਹਰ ਗਏ ਜੀ ਇੱਥੇ ਆ ਕੇ। ਦਿਲਾਂ 'ਚ ਰਾਜ ਕਰੋ, ਦਿਲਾਂ 'ਚ ਬੈਠਣ ਦੀ ਕੋਸ਼ਿਸ਼ ਕਰੋ। ਆਹ ਤਾਂ ਬਿਲਡਿੰਗਾਂ ਹੈ। ਬੰਦਾ ਉਹ ਜ਼ਿੰਦਗੀ 'ਚ ਕਾਮਯਾਬ ਕਿ ਇੱਕ ਦਿਲ ਤੇ ਲੋਕਾਂ ਦੇ ਦਿਲਾਂ ਤੇ ਰਾਜ ਕਰੇ। ਦਿਲਾਂ ਤੇ ਜਿਹੜੇ ਕਰਦੇ ਸੀ ਰਾਜ, ਅੱਜ ਉਹਨਾਂ ਨੂੰ ਨਫ਼ਰਤ ਕਰਦੇ, ਉਹਨਾਂ ਦੀ ਕਰਤੂਤਾਂ ਕਰਕੇ ਕਰਦੇ। ਜਿਹੜੇ ਹਰ ਬੱਚਾ ਸਮਝ ਆਉਂਦਾ ਹੈ ਨਾ, ਉਹ ਸੋਚਣ ਕਿ ਜੀ ਕਿਸੇ ਨੂੰ ਪਤਾ ਨਹੀਂ, ਸਾਰੇ ਇੱਕ ਬੱਚੇ ਨੂੰ ਪਤਾ ਹੈ ਕਿ ਕਿਹਨੇ ਗੱਦਾਰੀ ਕੀਤੀ ਹੈ, ਕਿਹਨੇ ਨਹੀਂ ਗੱਦਾਰੀ ਕੀਤੀ। ਇੱਕ ਬੱਚੇ ਦੇ ਮਨ 'ਚ ਹੈ ਕਿ ਦੇਖ ਲੱਗਦਾ ਲੋਕ ਉਹ ਜਾਂਦਾ ਗੱਦਾਰ। ਜਿਹੜੇ ਲੋਕ ਆਪਣੇ ਆਪ ਨੂੰ ਹੁਣ ਗਨਮੈਨ ਲਈ ਫਿਰਦੇ, ਕਿੰਨੇ ਸਾਲ ਨਕਲ ਆ ਜਿਹੜੇ ਹੈਗੇ, ਜਿਹੜੀ ਗੱਦਾਰੀ ਕਰਦਾ ਗੱਦਾਰੀ ਹੁੰਦੀ ਹੈ ਕੌਮ ਵਾਸਤੇ। ਬੰਦਾ ਜ਼ਿੰਦਗੀ 'ਚ ਆਇਆ ਹੈ, ਖਾਸ ਕਰਕੇ ਗੁਰੂ ਘਰ ਦੀ ਸੇਵਾ 'ਚ ਜੇ ਬੰਦਾ ਕੋਈ ਆਉਂਦਾ ਹੈ, ਉਹਦੀ ਸੋਚ ਹੀ ਗੁਰੂ ਘਰ ਦੀ ਸੇਵਾ ਹੋਣੀ ਚਾਹੀਦੀ ਹੈ। ਉਹਦੀ ਸੋਚ ਹੀ ਆ ਹੋਣੀ ਚਾਹੀਦੀ ਹੈ, ਉਹਦਾ ਕੰਮ ਹੀ ਆ ਹੋਣਾ ਚਾਹੀਦਾ ਹੈ। ਗੁਰੂ ਘਰ ਦੇ ਸੇਵਾਦਾਰ ਨੂੰ ਕੋਈ ਗਨਮੈਨ ਦੀ ਲੋੜ ਨਹੀਂ, ਉਹਦੇ ਕੋਲ ਆਪ ਹੀ ਗੁਰੂ ਸਾਹਿਬ ਹੈ ਉਹਨਾਂ ਨੂੰ ਬਚਾਉਣ ਵਾਸਤੇ। 5-5 6-6 ਗਨਮੈਨਾਂ ਕਿਸ ਚੀਜ਼ ਦੀ ਲੋੜ ਹੈ? ਇਸ ਕਰਕੇ ਮੈਂ ਧੰਨਵਾਦ ਕਰਨਾ ਸਰਨਾ ਸਾਹਿਬ, ਸਮੁੱਚੀ ਟੀਮ ਇੱਥੇ ਆਈ ਹੈ, ਸਾਡੇ ਜਿਹੜੇ ਹਿੱਤ ਸਾਹਿਬ, ਸਾਰੀ ਸਾਡੀ ਵਰਕਰ ਟੀਮ, ਜਿਨ੍ਹਾਂ ਨੇ ਦੇਖੋ ਉਹ ਸੋਚਦੇ ਸੀ ਕਿ ਸਰਕਾਰ ਸਾਡੇ ਨਾਲ ਹੈ। ਸਾਡੀਆਂ ਫੌਜਾਂ ਕੋਲੇ ਲੋਕਾਂ ਦਾ ਪਿਆਰ ਸੀ। ਪਿਆਰ ਜਿੱਦਾਂ ਹੁੰਦਾ ਸਰਕਾਰਾਂ ਨਹੀਂ, ਪਿਆਰ ਨਹੀਂ ਸਰਕਾਰ ਨਹੀਂ ਕਰ ਸਕਦੀ। ਸਾਡੇ ਦੋਨੋਂ ਮੈਂਬਰ ਦੇਖੋ, ਇਹਨਾਂ ਨੂੰ ਕਿੰਨੀਆਂ ਲਾਲਚਾਂ ਲੀਆਂ, ਪਰ ਨਹੀਂ, ਅਸੂਲਾਂ ਤੇ ਖੜੇ, ਅਸੂਲਾਂ ਤੇ ਕੱਲਾ ਰਹਿ ਜੇ, ਪਰ ਅਸੂਲਾਂ ਦਾ ਬੰਦਾ। ਮੈਂ ਦੇਖਿਆ ਜ਼ਿੰਦਗੀ 'ਚ ਬੜੇ ਕੋਲੇ ਤੋਂ ਚੰਗੇ। तो इस करके मैं ਅੱਜ ਆਪਾਂ ਅਰਦਾਸ ਬੇਨਤੀ ਕੀਤੀ ਹੈ ਪ੍ਰਮਾਤਮਾ ਦੇ ਚਰਨਾਂ 'ਚ। ਮੇਰੀ ਇੱਕੋ ਹੀ ਅਰਦਾਸ ਬੇਨਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਤੇ ਹੱਥ ਰੱਖਣ। ਉਹਨਾਂ ਦੀ ਪੰਥ ਦੀ ਜਥੇਬੰਦੀ ਹੈ, ਕੌਮ ਦੀ ਆਵਾਜ਼ ਹੈ, ਕੌਮ ਦੀ ਜਾਨ ਹੈ। ਸੇ ਸਾਰੇ ਕੌਮ ਨੂੰ ਆਪਾਂ ਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਰੱਖਣ। ਸਾਡੇ 'ਚ ਕਮੀ ਹੋ ਸਕਦੀ ਹੈ, ਪਰ ਅਕਾਲੀ ਦਲ 'ਚ ਕਮੀ ਨਹੀਂ। ਗਲਤੀਆਂ ਇਨਸਾਨਾਂ 'ਚ ਹੋ ਜਾਂਦੀਆਂ, ਹੋ ਗਈਆਂ ਹੋਣੀਆਂ। ਅਸੀਂ ਅੱਜ ਲੀਡਰਸ਼ਿਪ ਮਾਫੀ ਮੰਗਦੇ ਆਪਣੀ ਗਲਤੀਆਂ, ਕਿਉਂ ਸਿਆਸੀ ਜ਼ਿੰਦਗੀ ਅਸੀਂ ਇਨਸਾਨ ਹੈ, ਪਰ ਜੇ ਕੋਈ ਗਲਤੀ ਹੋਵੇ ਸਾਨੂੰ ਆਪਣੀ ਕੌਮ ਦੀ, ਕਿਉਂਕਿ ਛੋਟੀ ਜਿਹੀ ਕੌਮ ਆਪਾਂ ਪੂਰੀ ਦੁਨੀਆ ਹੈ, ਛੋਟੀ ਜਿਹੀ ਕੌਮ ਹੈ। ਸੋ ਆਪਣੀ ਕੌਮ ਦੀ ਏਕਤਾ ਹੀ ਆਪਣੀ ਸਭ ਤੋਂ ਵੱਡੀ ਤਾਕਤ ਹੈ। ਸੋ ਸਾਰਿਆਂ ਨੂੰ ਫਤਿਹ ਅਰਜ਼ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰਦਾ ਹਾਂ ਬੀਬੀ ਰਣਜੀਤ ਕੌਰ ਜੀ, ਅਵਤਾਰ ਸਿੰਘ ਜੀ, ਪ੍ਰਧਾਨ ਸਾਹਿਬ, ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਪਹਿਲੇ ਜੱਥੇ ਵਾਲੇ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ। ਸ਼ੰਟੀ ਜੀ, ਸ਼ੰਟੀ ਜੀ,
ਬਲਦੇਵ ਸਿੰਘ ਜੀ, ਬਲਦੇਵ ਜੀ ਆਓ ਜੀ, ਸੰਜੇ ਜੀ, ਬਲਦੇਵ ਜੀ। ਆ ਜਾਓ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਸੰਜੇ ਜੀ, ਬੋਲੇ ਸੋ ਨਿਹਾਲ। ਰਾਣਾ ਜੀ, ਕਿੱਥੇ ਚੱਲਦਾ ਜੀ? ਬੋਲੇ ਸੋ ਸਰਦਾਰ ਮੰਗਲ ਸਿੰਘ ਜੀ, ਸਾਡੇ ਹੋਰ ਯੂਥ ਦੇ ਪ੍ਰਧਾਨ ਕਿਸੇ ਦਾ ਵੀ ਨਹੀਂ ਆਣਾ